ਅੱਜ ਆਪਾਂ ਜੀ ਟਾਸਕ 2 ਦੇ ਬਾਰੇ ਥੋੜੀ ਜਿਹੀ ਡਿਸਕਸ਼ਨ ਕਰਨੀ ਹੈ। ਸੋ ਦੇਖੋ ਟਾਸਕ 2 ਦੀ ਜਦੋਂ ਗੱਲ ਆਉਂਦੀ ਹੈ, ਟਾਸਕ 2 ਦੇ ਵਿੱਚ ਇੱਕ ਤਾਂ ਸਾਰੇ ਜਾਣੇ ਆਪਣੀਆਂ ਗਲਤੀਆਂ ਦੇਖਿਆ ਕਰੋ ਵੀ ਕਿਹੜੀਆਂ-ਕਿਹੜੀਆਂ ਗਲਤੀਆਂ ਚੱਲ ਰਹੀਆਂ ਵਾ, ਉਹ ਚੀਜ਼ਾਂ ਤੇ ਕੰਮ ਕਰੋ। ਨਾਲ-ਨਾਲ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ, ਜਦੋਂ ਤੁਸੀਂ ਵਿਹਲੇ ਬੈਠੇ ਹੁੰਦੇ ਹੋ, ਜਦੋਂ ਤੁਹਾਡੇ ਕੋਲੇ ਫ੍ਰੀ ਟਾਈਮ ਹੁੰਦਾ ਵਾ, ਤਾਂ ਦੇਖੋ ਤੁਸੀਂ 2 ਵਧੀਆ ਰਾਈਟਰ ਆ, ਮੈਂ ਤੁਹਾਨੂੰ ਕਾਫੀ ਵਾਰ ਦੱਸਿਆ, ਜਾਣੀ ਕਿ ਸਾਈਮਨ ਤੇ ਲਿਜ਼। ਤੁਸੀਂ ਇਹਨਾਂ ਵਿੱਚੋਂ ਦੋਨਾਂ ਦੇ ਵਿੱਚੋਂ ਕਿਸੇ ਦਾ ਵੀ ਟਾਸਕ 2 ਬਹਿ ਕੇ ਪੜ੍ਹ ਸਕਦੇ ਹੋ। ਤੁਸੀਂ ਬਸ ਜਾਣੀ ਕਿ ਗੂਗਲ ਤੇ ਜਾ ਕੇ ਸਿਰਫ ਸਰਚ ਕਰਨਾ ਹੁੰਦਾ ਵਾ, ਜਿਵੇਂ ਸਾਈਮਨ ਟਾਸਕ 2, ਤੇ ਤੁਹਾਡੇ ਸਾਹਮਣੇ ਵੈਬਸਾਈਟ ਖੁੱਲੂਗੀ ਤੇ ਉਹਦੇ ਵਿੱਚ ਟਾਸਕ ਹੋਣਗੇ। ਜਾਣੀ ਕਿ ਲਿਜ਼ ਵਾਲਾ ਸਰਚ ਕਰ ਸਕਦੇ ਹੋ ਜੀ। ਤੁਸੀਂ ਪਾਰਟਿਕੂਲਰ ਟਾਈਪ ਲਿਖ ਕੇ ਵੀ ਸਰਚ ਕਰ ਸਕਦੇ ਹੋ, ਜਿਵੇਂ ਕਿ ਤੁਸੀਂ ਲਿਖ ਦਵੋ ਕਿ ਪ੍ਰੋਬਲਮ, ਜਿਵੇਂ ਪ੍ਰੋਬਲਮ ਸੋਲੂਸ਼ਨ ਟਾਸਕ 2 ਬਾਈ ਲਿਜ਼, ਤਾਂ ਤੁਹਾਡੇ ਸਾਹਮਣੇ ਜਿਹੜਾ ਉਹ ਖੁੱਲੂਗਾ ਵੈਬਸਾਈਟ, ਉਹਦੇ ਵਿੱਚ ਪਹਿਲੇ ਪੇਜ ਤੇ ਹੀ ਉਹ ਟਾਸਕ ਹੋਊਗਾ। तो ਜਦੋਂ ਵੀ ਫ੍ਰੀ ਬੈਠੇ ਹੁੰਦੇ ਹੋ ਤਾਂ ਟਾਸਕ 2 ਪੜਿਆ ਕਰੋ। ਬਾਕੀ ਮੈਂ 2 ਰਾਈਟਰ ਹੀ ਕਿਉਂ ਕਿਹਾ ਤੁਹਾਨੂੰ, ਤਾਂ ਦੇਖੋ ਇਹ 2 ਰਾਈਟਰ ਜੋ ਹੈ ਜੀ, ਇਹ ਆਪਾਂ ਇਹਨਾਂ ਨੂੰ ਟਰਸਟਡ ਕਹਿ ਸਕਦੇ ਹਾਂ, ਜੋ ਕਿ ਬਹੁਤ, ਦੇਖੋ 2 ਰੀਜ਼ਨ ਹੈ। ਜਦੋਂ ਕੋਈ ਟੀਚਿੰਗ ਦੀ ਗੱਲ ਆਉਂਦੀ ਹੈ ਤਾਂ ਚੀਜ਼ਾਂ 2 ਮਾਇਨੇ ਰੱਖਦੀਆਂ ਜੀ। ਇੱਕ ਤਾਂ ਹੁੰਦਾ ਵਾ ਜਾਣੀ ਕਿ ਪਹਿਲੇ ਨੰਬਰ ਤੇ ਹੁੰਦੀ ਹੈ ਨੌਲੇਜ, ਕਿ ਕਿਸੇ ਪਰਸਨ ਨੂੰ ਨੌਲੇਜ ਕਿੰਨੀ ਕੁ ਫੀਲਡ ਦੇ ਰਿਗਾਰਡਿੰਗ। ਦੂਸਰੇ ਨੰਬਰ ਤੇ ਮਾਇਨੇ ਰੱਖਦਾ ਹੁੰਦਾ ਕਿ ਉਹ ਪਰਸਨ ਨੂੰ ਪੜਾਉਂਦਿਆਂ ਨੂੰ ਟਾਈਮ ਕਿੰਨਾ ਹੋ ਗਿਆ ਜੀ, ਐਕਸਪੀਰੀਅੰਸ ਕਿੰਨਾ ਵਾ ਜੀ। ਨੌਲੇਜ ਮੈਂ ਪਹਿਲੇ ਨੰਬਰ ਤੇ ਤਾਂ ਰੱਖੀ ਹੈ, ਇਹ ਜ਼ਰੂਰੀ ਨਹੀਂ ਕਿ ਜਿਹੜੇ ਬੰਦੇ ਨੂੰ ਟਾਈਮ ਹੋ ਗਿਆ ਟੀਚ ਕਰਦੇ ਨੂੰ, ਉਹ ਬੰਦੇ ਨੂੰ ਨੌਲੇਜ ਵੀ ਜ਼ਿਆਦਾ ਹੋਊਗੀ। ਯਾਨੀ ਕਿ ਇਹ ਮਿੱਥ ਆ ਇੱਕ। ਮੰਨ ਕੇ ਚੱਲੋ ਕਿਸੇ ਬੰਦੇ ਨੂੰ 10 ਸਾਲ ਕੋਈ ਕੰਮ ਕਰਦਿਆਂ ਨੂੰ ਹੋ ਜਾਵੇ, ਇਹ ਜ਼ਰੂਰੀ ਨਹੀਂ ਕਿ 10 ਸਾਲਾਂ ਦੇ ਵਿੱਚ ਉਹਨੇ ਬਹੁਤ ਕੁਝ ਸਿੱਖਿਆ ਹੋਣਾ। ਹੋ ਸਕਦਾ ਉਹਦੀ ਲਰਨਿੰਗ ਦੀ ਜੋ ਸਪੀਡ ਆ ਉਹ ਸਲੋ ਹੋਵੇ, ਤੇ ਦੂਸਰੇ ਪਾਸੇ ਇੱਕ ਬੰਦਾ ਜਿਹਨੇ ਸਿਰਫ 3 ਸਾਲਾਂ ਦੇ ਵਿੱਚ ਹੀ ਕਿੰਨਾ ਸਿੱਖ ਲਿਆ, ਜੋ ਇੱਕ ਬੰਦੇ ਨੇ 10 ਸਾਲਾਂ ਵਿੱਚ ਸਿੱਖਿਆ। ਸੋ ਜਾਣੀ ਕਿ ਉਹ ਚੀਜ਼ ਨੂੰ ਟਾਈਮ ਕਿੰਨਾ ਹੋ ਗਿਆ ਕਰਦਾ, ਜਾਣੀ ਕਿ ਇਹ ਚੀਜ਼ ਨਹੀਂ ਮਾਇਨੇ ਰੱਖਦੀ, ਇਹ ਮਾਇਨੇ ਰੱਖਦੀ ਹੈ ਦੂਸਰੇ ਨੰਬਰ ਦੇ ਉੱਪਰ। ਪਹਿਲੇ ਨੰਬਰ ਤੇ ਚੀਜ਼ ਮਾਇਨੇ ਰੱਖਦੀ ਹੁੰਦੀ ਹੈ ਕਿ ਪਰਸਨ ਨੂੰ ਨੌਲੇਜ ਕਿੰਨੀ ਕੁ ਜ਼ਿਆਦਾ ਹੋਵੇ। ਸੋ ਜੇ ਆਪਾਂ ਨੌਲੇਜ ਦੇ ਬੇਸ ਵਿੱਚ ਦੇਖੀਏ ਤਾਂ ਇਹ ਦੋਨੇ ਬਹੁਤ ਵਧੀਆ ਜੀ। ਮੈਂ ਪਰਸਨਲੀ ਵੀ ਜੋ ਮੈਂ ਹੁਣ ਤੱਕ ਸਿੱਖਿਆ ਵਾ, ਤੇ ਮੈਂ ਜਦੋਂ ਮੈਚ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ, ਹਾਂ ਸਲਾਈਟ ਜੀਆਂ ਮਿਸਟੇਕ ਹਰ ਇੱਕ ਪਰਸਨ ਚ ਹੁੰਦੀਆਂ ਜੀ, ਕਿ ਜਿਵੇਂ ਕਿਤੇ ਕੋਮਾ ਲਾਤਾ ਜਾਂ ਨਹੀਂ ਲੱਗਣਾ ਸੀਗਾ, ਉਹ ਹਰ ਇੱਕ ਚ ਹੀ ਹੁੰਦੀਆਂ। ਕਿਸੇ ਦੇ ਵਿੱਚ ਵੀ 100% ਪਰਫੈਕਸ਼ਨ ਨਹੀਂ ਹੁੰਦੀ। ਮੇਰੇ ਖੁਦ ਦੇ ਲਿਖੇ ਹੋਏ ਟਾਸਕ 2 ਦੇ ਵਿੱਚ ਕਈ ਵਾਰੀ ਪੰਕਚੁਏਸ਼ਨ ਮਿਸਟੇਕ ਹੋ ਜਾਂਦੀ ਹੈ, ਕਦੀ ਮੈਨੂੰ ਬਾਅਦ ਚੋਂ ਪਤਾ ਲੱਗਦੀ ਹੈ ਕਿ ਆਹ ਕੋਮਾ ਗਲਤ ਜਗ੍ਹਾ ਤੇ ਲਾਤਾ ਮੈਂ। ਸੋ ਨਿੱਕੀਆਂ ਮੋਟੀਆਂ ਮਿਸਟੇਕਸ ਚੱਲਦੀਆਂ। ਜਾਣੀ ਕਿ 2 ਰਾਈਟਰ ਬਹੁਤ ਵਧੀਆ ਵਾ, ਜਾਣੀ ਕਿ ਨੌਲੇਜ ਦੇ ਮਾਮਲੇ ਵਿੱਚ। ਤੇ ਜੇ ਆਪਾਂ ਦੇਖੀਏ ਕਿ ਸਮਾਂ ਕਿੰਨਾ ਹੋ ਗਿਆ, ਤਾਂ ਦੋਨਾਂ ਨੂੰ ਕਮ ਸੇ ਕਮ ਵੀ ਦੇਖਿਆ ਜਾਵੇ ਤਾਂ 10 ਸਾਲ ਤਾਂ ਹੋ ਹੀ ਗਈ ਹੈ। ਯਾਨੀ ਕਿ ਸਾਈਮਨ ਨੂੰ ਤਾਂ ਮੇਰੇ ਹਿਸਾਬ ਨਾਲ 10 ਤੋਂ ਜ਼ਿਆਦਾ ਹੋ ਗਏ, ਤੇ ਲਿਜ਼ ਨੂੰ ਆਪਾਂ ਕਹਿ ਸਕਦੇ ਹਾਂ 7-8 ਸਾਲ, ਵੈਸੇ ਜ਼ਿਆਦਾ ਹੀ ਹੋ ਗਏ ਜੇ ਤੁਸੀਂ ਦੇਖੋ ਤਾਂ ਧਿਆਨ ਨਾਲ। ਤਾਂ ਚਲੋ ਜੀ, ਆਪਾਂ ਜੋ ਅੱਜ ਆਪਾਂ ਟਾਸਕ 2 ਡਿਸਕਸ ਕਰਨਾ ਜੀ, ਤਾਂ ਆਪਾਂ ਟਾਸਕ 2 ਡਿਸਕਸ ਕਰਨ ਲੱਗੇ ਆ ਜੀ, ਪ੍ਰੋਬਲਮ ਸੋਲੂਸ਼ਨ ਬਾਈ ਲਿਜ਼। ਜੋ ਦੂਸਰੇ ਨੰਬਰ ਤੇ ਮੈਂ ਰਾਈਟਰ ਕਹੀ ਸੀਗੀ, ਉਹਦਾ ਆਪਾਂ ਅੱਜ ਟਾਸਕ ਪੜ੍ਹਨ ਲੱਗੇ ਹਾਂ। ਦੇਖਦੇ ਹਾਂ ਆਪਾਂ ਨੂੰ ਕੀ ਕੀ ਸਿੱਖਣ ਨੂੰ ਮਿਲਦਾ ਜੀ, ਕਿਹੜੀਆਂ-ਕਿਹੜੀਆਂ ਚੀਜ਼ਾਂ ਵਾ। ਤਾਂ ਦੇਖੋ, ਜੇ ਤੁਸੀਂ ਮੰਨ ਕੇ ਚੱਲੋ ਵਧੀਆ ਲਿਖਣਾ ਸਿੱਖਣਾ ਵਾ, ਤਾਂ ਤੁਹਾਨੂੰ ਕਿਹੜੇ ਪਰਸਨ ਨੂੰ ਫੋਲੋ ਕਰਨਾ ਚਾਹੀਦਾ ਵਾ, ਜਿਹੜਾ ਵਧੀਆ ਲਿਖਦਾ ਵਾ। ਜੇ ਤੁਸੀਂ ਸਪੀਕਿੰਗ ਦੇ ਵਿੱਚੋਂ ਵਧੀਆ ਹੋਣਾ ਚਾਹੁੰਦੇ ਹੋ, ਤੁਹਾਨੂੰ ਕਿਹੜੇ ਪਰਸਨ ਨੂੰ ਫੋਲੋ ਕਰਨਾ ਚਾਹੀਦਾ ਵਾ, ਜਿਹੜਾ ਵਧੀਆ ਬੋਲਦਾ ਵਾ, ਜਿਹਨੂੰ ਸਪੀਕਿੰਗ ਦੇ ਬਾਰੇ ਨੌਲੇਜ ਹੈ। ਸੋ ਇਹ ਚੀਜ਼ ਹਮੇਸ਼ਾ ਯਾਦ ਰੱਖਿਓ। ਤਾਂ ਚਲੋ ਜੀ, ਆਪਾਂ ਦੇਖਦੇ ਕੀ ਕਹਿੰਦੇ ਜੀ ਇਹਦੇ ਵਿੱਚ। ਕਹਿੰਦੇ ਜੋ, ਹਾਂਜੀ ਸਟੇਟਮੈਂਟ ਆ, ਕਹਿੰਦੇ ਜੋ ਵਾਧਾ ਹੋਇਆ ਨੰਬਰ ਹੈ ਜੀ, ਵਾਧਾ ਹੋਇਆ ਨੰਬਰ ਕਿਹਦਾ ਜੀ, ਕਹਿੰਦੇ ਕਿ ਪ੍ਰੋਫੈਸ਼ਨਲਸ ਦਾ। ਹਾਂਜੀ, ਕਿਹੜੇ ਪ੍ਰੋਫੈਸ਼ਨਲਸ, ਜਿਵੇਂ ਕਿ ਡਾਕਟਰਸ ਹੋ ਗਏ, ਟੀਚਰਸ ਹੋ ਗਏ। ਕਹਿੰਦੇ ਜੀ ਟੀਚਰਸ ਤੇ ਡਾਕਟਰ ਜਿਹੜੇ ਹੈਗੇ ਆ, ਯਾਨੀ ਕਿ ਵਾਧਾ ਹੋਇਆ ਨੰਬਰ ਆ ਜਿਹੜਾ ਡਾਕਟਰਸ ਦਾ ਤੇ ਟੀਚਰਸ ਦਾ, ਲੀਵ ਕਰ ਰਹੇ ਆ ਜੀ। ਉਹ ਕਹਿੰਦੇ ਕੀ ਲੀਵ ਕਰ ਰਹੇ ਆ, ਖੁਦ ਦੀਆਂ ਜੋ ਪੂਰਰ ਕੰਟਰੀਜ਼ ਆ ਜੀ, ਜੋ ਖੁਦ ਦੀਆਂ ਪੂਰਰ ਕੰਟਰੀਜ਼ ਆ ਜੀ, ਟੂ ਵਰਕ ਇਨ ਡਿਵੈਲਪਡ ਕੰਟਰੀਜ਼, ਡਿਵੈਲਪਡ ਕੰਟਰੀਜ਼ ਦੇ ਵਿੱਚ ਕੰਮ ਕਰਨ ਦੇ ਲਈ। ਸੋ ਸਟੇਟਮੈਂਟ ਕੀ ਕਹਿੰਦੀ ਜੀ, ਕਹਿੰਦੇ ਡਾਕਟਰ ਤੇ ਟੀਚਰਸ ਦਾ ਨੰਬਰ ਜਿਹੜਾ ਵੱਧ ਰਿਹਾ ਵਾ, ਉਹ ਕਹਿੰਦੇ ਖੁਦ ਦੀਆਂ ਗਰੀਬ ਕੰਟਰੀਆਂ ਨੂੰ ਲੀਵ ਕਰ ਰਹੇ ਆ। ਹੁਣ ਡਾਕਟਰ ਵੀ ਆਪਣੀਆਂ ਕੰਟਰੀਆਂ ਨੂੰ ਛੱਡੀ ਜਾਂਦੇ ਆ। ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਹੁਣ ਦੇ ਸਮੇਂ ਦੇ ਵਿੱਚ ਡਾਕਟਰ ਵੀ PR ਕੇਸ ਲੱਗਾ ਹੋਇਆ, ਡਾਕਟਰ ਦਾ ਵੀ, ਜੋ ਮੈਡੀਕਲ ਫੀਲਡ ਨੂੰ ਬਿਲੋਂਗ ਕਰਦਾ, ਸਾਰਿਆਂ ਦਾ ਮੋਸਟਲੀ ਜ਼ਿਆਦਾਤਰ ਲੋਕਾਂ ਦਾ PR ਕੇਸ ਲੱਗਾ। ਜੇ ਤੁਸੀਂ ਟੀਚਰਸ ਦੇਖੋ ਤਾਂ ਟੀਚਰਸ ਵੀ ਜੌਬ ਛੱਡ ਕੇ ਬਾਹਰਲੀਆਂ ਕੰਟਰੀਆਂ 'ਚ ਜਾਈ ਜਾਂਦੀ, ਪ੍ਰੈਕਟੀਕਲੀ ਦੇਖਿਆ ਜਾਵੇ।
ਹੁਣ ਤੁਹਾਡੇ ਤੋਂ ਪਹਿਲੇ ਨੰਬਰ ਤੇ ਪੁੱਛਿਆ what problems does this cause, ਕਿਹੜੀਆਂ ਪ੍ਰੋਬਲਮਸ ਪੈਦਾ ਹੋਣਗੀਆਂ ਜੀ ਇਹ ਚੀਜ਼ ਨਾਲ। what problems does this cause, ਦੂਸਰਾ what can be done to deal with this situation, ਕੀ ਕੀਤਾ ਜਾ ਸਕਦਾ ਸਿਚੁਏਸ਼ਨ ਨਾਲ ਡੀਲ ਕਰਨ ਦੇ ਲਈ। ਚਲੋ ਜੀ ਫਿਰ ਆਪਾਂ ਜਾ ਕੇ ਦੇਖਦੇ ਹਾਂ ਜੀ ਕਿ ਹੁਣ ਇਹਨਾਂ ਨੇ ਜੋ ਇਹ ਟਾਸਕ ਹੈ ਕਿੱਦਾਂ ਲਿਖਿਆ ਜੀ, ਤਾਂ ਜਾ ਕੇ ਦੇਖਦੇ ਹਾਂ ਜੀ ਆਪਾਂ ਕਿਹੜੀਆਂ ਪ੍ਰੋਬਲਮਸ ਕਹਿੰਦੇ ਪੈਦਾ ਹੋ ਸਕਦੀਆਂ ਜੀ ਪਹਿਲਾ, ਤੇ ਦੂਸਰੇ ਦੇ ਵਿੱਚ ਜੀ ਕੀ ਕੀਤਾ ਜਾ ਸਕਦਾ ਹੈ ਸਿਚੁਏਸ਼ਨ ਨਾਲ ਡੀਲ ਕਰਨ ਲਈ। ਕਿਹੜੀ ਸਿਚੁਏਸ਼ਨ ਬਈ ਉਹ ਹੁਣ ਕੰਟਰੀਆਂ ਖੁਦ ਦੀਆਂ ਲੀਵ ਕਰ ਰਹੇ ਆ ਜੀ। ਸੋ ਧਿਆਨ ਨਾਲ ਦੇਖਿਓ ਜੀ, ਉਹਨਾਂ ਨੇ ਕਿਹਾ ਸੀਗਾ ਵੱਧਦਾ ਹੋਇਆ ਨੰਬਰ, ਲਿਜ਼ ਨੇ ਕੀ ਕਿਹਾ ਜੀ ਮੋਰ ਐਂਡ ਮੋਰ ਪ੍ਰੋਫੈਸ਼ਨਲਸ ਜੋ ਹੈਗੇ ਆ ਫਰੋਮ, ਉਹਨਾਂ ਨੇ ਕਿਹਾ ਸੀਗਾ ਜਾਨੀ ਕਿ ਪੂਰਰ ਕੰਟਰੀਜ਼, ਤੇ ਪੂਰਰ ਦੀ ਪੈਰਾਫਰੇਜ਼ਿੰਗ ਕਰਤੀ, ਜਾਂ ਤਾਂ ਡਿਵੈਲਪ ਹੋ ਰਹੀਆਂ ਹੁੰਦੀਆਂ ਵਾ ਜਾਂ ਉਹ ਹਜੇ ਡਿਵੈਲਪ ਨਹੀਂ ਹੋਈਆਂ ਹੁੰਦੀਆਂ। ਮੋਰ ਐਂਡ ਮੋਰ ਪ੍ਰੋਫੈਸ਼ਨਲਸ ਜਿਹੜੇ ਹੈਗੇ ਆ ਜੀ, ਤੁਸੀਂ ਇੱਥੇ ਮੋਰ ਐਂਡ ਮੋਰ ਤੋਂ ਵੀ ਕੋਈ ਸਟਰੋਂਗ ਨੰਬਰ ਲਿਖ ਸਕਦੇ ਸੀ, ਜਿਵੇਂ ਤੁਸੀਂ ਕਹਿ ਸਕਦੇ ਸੀਗੇ ਜਿਵੇਂ ਕੰਸੀਡਰੇਬਲ ਨੰਬਰ ਆਫ ਪ੍ਰੋਫੈਸ਼ਨਲਸ ਜਾਂ ਹਿਊਜ ਨੰਬਰ ਆਫ ਪ੍ਰੋਫੈਸ਼ਨਲਸ, ਤੁਸੀਂ ਮੋਰ ਐਂਡ ਮੋਰ ਤੋਂ ਵੀ ਵਧੀਆ ਬਣਾ ਕੇ ਲਿਖ ਸਕਦੇ ਸੀਗੇ। ਤਾਂ ਮੋਰ, ਕਿਉਂਕਿ ਹਰ ਇੱਕ ਰਾਈਟਰ ਨੂੰ ਖੁਦ ਦੇ ਹਿਸਾਬ ਨਾਲ ਲਿਖਦਾ ਜੀ। ਤਾਂ ਆਪਾਂ ਜਾ ਕੇ ਦੇਖਦੇ ਹਾਂ ਜੀ। ਵੈਸੇ ਹੁਣ ਤੁਸੀਂ ਜਿੰਨੇ ਵੀ ਬੱਚੇ ਬੈਠੇ ਹੋ, ਮੰਨ ਕੇ ਲਓ 40 ਸਟੂਡੈਂਟ ਹੋ ਜਾਂ ਜਿੰਨੇ ਵੀ ਹੋ, ਤਾਂ ਮੋਰ ਐਂਡ ਮੋਰ ਦੀ ਸਾਰਿਆਂ ਕੋਲੇ ਵੱਖਰੇ ਲੈਵਲ ਦੀ ਪੈਰਾਫਰੇਜ਼ਿੰਗ ਹੋਊਗੀ। ਪਰ ਇਹ ਆਪਾਂ ਦੇਖਣਾ ਵੀ ਜਿਹੜੇ ਰਾਈਟਰ ਦਾ ਆਪਾਂ ਐਸੇ ਲਿਖੀ ਜਾਂਦੇ ਆ, ਉਹ ਰਾਈਟਰ ਦਾ ਬ੍ਰੇਨ ਕਿਹੜੇ ਹਿਸਾਬ ਨਾਲ ਸੋਚਦਾ, ਕਿਵੇਂ ਕੰਮ ਕਰਦਾ ਵਾ। ਤਾਂ ਕਹਿੰਦੇ ਮੋਰ ਐਂਡ ਮੋਰ ਪ੍ਰੋਫੈਸ਼ਨਲ ਜਿਹੜੇ ਹੈਗੇ ਆ ਡਿਵੈਲਪਿੰਗ ਕੰਟਰੀਜ਼ ਤੋਂ, ਤੇ ਉਹ ਕੰਟਰੀਆਂ ਜਿਹੜੀਆਂ ਡਿਵੈਲਪ ਨਹੀਂ ਹੋਈਆਂ ਜੀ, ਕਹਿੰਦੇ ਉਹ ਚੂਜ਼ ਕਰ ਰਹੇ ਆ ਜੀ, ਕਹਿੰਦੇ ਚੂਜ਼ ਕਰ ਰਹੇ ਆ ਟੂ ਲਿਵ, ਰਹਿਣਾ ਚੂਜ਼ ਕਰ ਰਹੇ ਆ ਤੇ ਵਰਕ ਕਰਨਾ ਚੂਜ਼ ਕਰ ਰਹੇ ਆ ਕਿਹਦੇ ਵਿੱਚ ਜੀ, ਰਿਚਰ ਕੰਟਰੀਜ਼ ਦੇ ਵਿੱਚ। ਪੈਰਾਫਰੇਜ਼ਿੰਗ ਹੋ ਗਈ ਜੀ, ਸੈਂਸ ਸੇਮ ਹੈ ਜੀ, ਜਿਵੇਂ ਆਪਾਂ ਨੂੰ ਕੁਐਸਚਨ ਕਹਿਣਾ ਚਾਹੁੰਦਾ ਸੀਗਾ ਸੇਮ ਹੀ ਆਪਾਂ ਨੂੰ ਜੋ ਇਹ ਪੈਰਾਫਰੇਜ਼ਿੰਗ ਕੀਤਾ ਵਾ ਦੋਨਾਂ ਦਾ ਮੀਨਿੰਗ ਸੇਮ ਆ। ਕਹਿੰਦੇ ਰਿਜ਼ਲਟ ਦੇ ਤੌਰ ਤੇ ਫਿਰ ਕੀ ਹੁੰਦਾ, ਕਹਿੰਦੇ ਪੂਰਰ ਕੰਟਰੀਜ਼ ਵਿਲ ਸਟਰਗਲ, ਕਹਿੰਦੇ ਜੀ ਪੂਰਰ ਕੰਟਰੀਜ਼ ਬਾਅਦ ਚੋਂ ਸਟਰਗਲ ਕਰਨਗੀਆਂ ਕਾਹਦੇ ਵਿੱਚ, ਟੂ ਡਿਵੈਲਪ ਕਰਨ ਦੇ ਵਿੱਚ। ਐਕਚੁਅਲ ਦੇ ਵਿੱਚ ਇਹ ਕੀ ਲਿਖਿਆ ਪਿਆ ਵਾ, ਇਹ ਪਹਿਲੀ ਪ੍ਰੋਬਲਮ ਲਿਖਤੀ ਜੀ ਇਹਨੇ, ਇਹ ਪਹਿਲੀ ਪ੍ਰੋਬਲਮ ਲਿਖਤੀ ਇਹਨੇ। ਤੁਹਾਨੂੰ ਪਹਿਲਾ ਕੁਐਸਚਨ ਪੁੱਛਣਾ ਵੀ ਕਿਹੜੀ ਪ੍ਰੋਬਲਮ ਫਿਰ ਹੋਊਗੀ ਜੀ, ਵਟ ਪ੍ਰੋਬਲਮ ਦਾ, ਉਹ ਕਹਿੰਦੇ ਕਿ ਡਸ ਦਿਸ ਕਾਜ਼, ਤਾਂ ਕਹਿੰਦੇ ਜੀ ਰਿਜ਼ਲਟ ਦੇ ਤੌਰ ਤੇ ਕੀ ਹੋਊਗਾ ਜਦੋਂ ਤਾਂ ਵਾਲੀ ਲਾਈਨ ਹੋਗੀ, ਤਾਂ ਸਿੱਟਾ ਕੀ ਨਿਕਲਦਾ ਜੀ ਕਿ ਪੂਰਰ ਕੰਟਰੀ ਨੂੰ ਸਟਰਗਲ ਕਰਨਾ ਪੈਂਦਾ ਜੀ, ਕਹਿੰਦੇ ਸਟਰਗਲ ਕਰਨਾ ਪਊਗਾ। ਬਟ ਹੁਣ ਧਿਆਨ ਨਾਲ ਦੇਖੋ, ਜਦੋਂ ਤੁਹਾਨੂੰ ਸਾਨੂੰ ਪਤਾ ਲੱਗਿਆ ਵੀ ਬਟ ਤੇ ਜੀ ਤਾਂ ਫਿਰ ਕੰਪਾਊਂਡ ਸੈਂਟੈਂਸ ਆ, ਤੇ ਜੇ ਤੁਸੀਂ ਨੈਕਸਟ ਜਾ ਕੇ ਦੇਖੋ ਤਾਂ ਨਵਾਂ ਸਬਜੈਕਟ ਸਟਾਰਟ ਹੋ ਰਿਹਾ। ਤਾਂ ਮੈਂ ਤੁਹਾਨੂੰ ਹੁਣੀ ਕਿਹਾ ਸੀਗਾ ਸਲਾਈਟ ਜੀ ਪੰਕਚੁਏਸ਼ਨ ਮਿਸਟੇਕ ਹੁੰਦੀਆਂ ਰਹਿੰਦੀਆਂ, ਬਟ ਤੋਂ ਪਹਿਲਾਂ ਜੀ ਕੋਮਾ ਲੱਗਣਾ ਸੀਗਾ ਇੱਥੇ। ਬਟ ਦਿਸ ਕੈਨ ਬੀ ਟੈਕਲਡ, ਬਟ ਦੋਨਾਂ ਨੂੰ ਸੈਪਰੇਟ ਕਰਦਾ ਵਾ, ਕੰਪਾਊਂਡ ਸੈਂਟੈਂਸ ਬਣਾਉਂਦਾ। ਬਟ ਕਹਿੰਦੇ ਇਹ ਚੀਜ਼ ਟੈਕਲ ਕੀਤੀ ਜਾ ਸਕਦੀ ਆ ਕਿਵੇਂ ਜੀ, ਜੇ ਆਪਾਂ ਮੋਰ ਇਨਸੈਂਟਿਵ ਦਈਏ। ਇਹਦਾ ਮਤਲਬ ਕਿ ਜਿਵੇਂ ਜੌਬ, ਜਿਵੇਂ ਸੈਲਰੀ ਦੇ ਨਾਲ ਹਾਂਜੀ ਚੀਜ਼ਾਂ ਵਗੈਰਾ ਮਿਲਦੀਆਂ ਹੁੰਦੀਆਂ, ਕੋਈ ਆਪਾਂ ਕਹਦੇ ਹੋਰ ਪੈਸੇ ਵਗੈਰਾ ਮਿਲਦੇ ਹੁੰਦੇ ਆ। ਟੂ ਸਟੇ ਐਂਡ ਬੈਟਰ ਲਿਵਿੰਗ ਕੰਡੀਸ਼ਨ, ਕਹਿੰਦੇ ਇਹ ਚੀਜ਼ ਟੈਕਲ ਹੋ ਸਕਦੀ ਹੈ ਜੇ ਆਪਾਂ ਹੋਰ ਵੀ ਇਹਦੇ ਇਨਸੈਂਟਿਵ ਦਈਏ ਤੇ ਬੈਟਰ ਕਹਿੰਦੇ ਕਿ ਲਿਵਿੰਗ ਕੰਡੀਸ਼ਨ। ਹੁਣ ਦੇਖੋ ਇਹਨੇ ਕੀ ਕੀਤਾ ਜੀ, ਸਭ ਤੋਂ ਪਹਿਲਾਂ ਇਹਨੇ ਸਟੇਟਮੈਂਟ ਨੂੰ ਕੀਤਾ ਪੈਰਾਫਰੇਜ਼, ਬਾਅਦ ਚ ਇਹਨੇ ਕੀ ਕਿਹਾ, ਕਹਿੰਦੇ ਜੀ ਰਿਜ਼ਲਟ ਕੀ ਨਿਕਲੂਗਾ ਇਹ ਚੀਜ਼ ਦਾ। ਦੇਖੋ ਪਹਿਲੀ ਤਾਂ ਪ੍ਰੋਬਲਮ ਮੈਂਸ਼ਨ ਕਰਤੀ ਜੀ ਅੱਕੇ ਨੇ, ਤੇ ਬਾਅਦ ਚੋਂ ਇਹਨੇ ਨਾਲ ਤਰੀਕੇ ਵੀ ਦੱਸਦੇ ਵੀ ਇਹ ਚੀਜ਼ ਸੌਟ ਆਊਟ ਵੀ ਕਿਵੇਂ ਹੋ ਸਕਦੀ। ਤਾਂ ਦੇਖੋ ਤੁਸੀਂ ਇਹ ਥੀਸਿਸ ਵੀ ਬਿਹਤਰ ਲਿਖ ਸਕਦੇ ਹੋ, ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਜੀ ਬਿਲੋ ਗਿਵਨ ਪੈਰਾਗ੍ਰਾਫਸ ਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਮੇਜਰ ਪ੍ਰੋਬਲਮ ਜਾਨੀ ਕਿ ਕਿਹੜੀ ਹੋਊਗੀ, ਤੇ ਨਾਲ ਨਾਲ ਜੀ ਇਹ ਦੱਸਿਆ ਗਿਆ ਕਿ ਪੋਸੀਬਲ ਸੋਲੂਸ਼ਨਸ ਕਿਹੜੇ ਹੋ ਸਕਦੇ ਆ ਇਹ ਵਾਲੀ ਚੀਜ਼ ਨੂੰ ਟੈਕਲ ਕਰਨ ਦੇ। ਤੁਸੀਂ ਇਹਦੇ ਵਿੱਚ ਸਾਰਾ ਕੁਝ ਛੁਪਾ ਕੇ ਰੱਖ ਲਿਓ, ਮੰਨ ਕੇ ਚੱਲੋ ਤੁਸੀਂ ਖੁਦ ਦੀ ਥੀਸਿਸ ਦੇ ਵਿੱਚ। ਜੇ ਤੁਸੀਂ ਦੱਸਣਾ ਚਾਹੁੰਦੇ ਹੋ ਕੀਵਰਡ ਤਾਂ ਵੀ ਤੁਸੀਂ ਕਹਿ ਸਕਦੇ ਸੀ ਕਿ ਬਿਲੋ ਗਿਵਨ ਪੈਰਾ ਦੇ ਵਿੱਚ ਲਿਖਿਆ ਗਿਆ ਜੀ, ਇਹ ਪੂਰੀ ਤਰ੍ਹਾਂ ਡੀਟੇਲ ਦੇ ਵਿੱਚ ਦੱਸਿਆ ਗਿਆ ਵਾ ਕਿ ਮੇਨ ਪ੍ਰੋਬਲਮ ਜਿਵੇਂ ਕਿ ਕੰਟਰੀਜ਼ ਨੂੰ ਸਟਰਗਲ ਕਰਨਾ ਪਊਗਾ ਜੀ, ਤੇ ਨਾਲ ਦੋ ਸੋਲੂਸ਼ਨਸ ਦੱਸੇ ਗਏ ਆ ਪੋਸੀਬਲ। ਤੁਸੀਂ ਉਹ ਨਾਲ ਕੀਵਰਡ ਵੀ ਮੈਂਸ਼ਨ ਕਰ ਸਕਦੇ ਹੋ, ਜਾਂ ਫਿਰ ਸਿੱਧਾ ਹੀ ਹਿਡਨ ਰੱਖ ਲਓ, ਕਹਿ ਦਿਓ ਜੀ ਮੇਨ ਪ੍ਰੋਬਲਮ ਦੱਸੀ ਗਈ ਆ ਬਿਲੋ ਗਿਵਨ ਪੈਰਾਗ੍ਰਾਫ ਦੇ ਵਿੱਚ, ਤੇ ਨਾਲ ਦੋ ਪੋਸੀਬਲ ਸੋਲੂਸ਼ਨ ਵੀ ਦੱਸੇ ਗਏ ਆ ਵੀ ਕਿਵੇਂ ਸਿਚੁਏਸ਼ਨ ਨੂੰ ਟੈਕਲ ਕੀਤਾ ਜਾ ਸਕਦਾ। ਹਾਂਜੀ, ਤਾਂ ਨੈਕਸਟ ਚੱਲਦੇ ਜੀ ਆਪਾਂ।
ਨੈਕਸਟ ਜਾ ਕੇ ਦੇਖਦੇ ਆਪਾਂ BP1 ਜੀ। ਤਾਂ ਹੁਣ BP1 ਦੇ ਵਿੱਚ ਆਪਣੇ ਤੋਂ ਤੁਸੀਂ ਕੁਐਸਚਨ ਤੇ ਜਾ ਕੇ ਦੇਖੋ ਤਾਂ ਜੀ ਉਹਨਾਂ ਨੇ ਕਿਹਾ ਸੀ ਕਿਹੜੀਆਂ ਪ੍ਰੋਬਲਮਸ ਹੁੰਦੀਆਂ ਜੀ। ਤਾਂ ਇਹ ਹੁਣ ਧਿਆਨ ਨਾਲ ਦੇਖਿਓ ਜੀ। ਇਹਨਾਂ ਨੇ ਆਪਾਂ ਨੂੰ ਹੁਣ ਪਹਿਲਾ ਪੈਰਾ ਸ਼ੁਰੂ ਹੋਣ ਲੱਗਾ ਇੱਥੋਂ, ਕਹਿੰਦੇ ਜੀ ਦਾ ਮੇਨ ਪ੍ਰੋਬਲਮ ਇੱਥੇ ਹੁਣ ਦੇਖੋ, ਜੇ ਤੁਸੀਂ ਹੁਣ ਸਮਝ ਰਹੇ ਹੋ ਕਿ ਜੀ ਆ ਹੈਗਾ ਵਾ ਸਬਜੈਕਟ ਤੇ ਆ ਹੈਗੀ ਆ ਸੈਕਿੰਡ ਫਾਰਮ, ਤਾਂ ਤੁਸੀਂ ਗਲਤ ਹੋ ਜੀ। ਇਹ ਸੈਕਿੰਡ ਫਾਰਮ ਨਹੀਂ, ਫਿਰ ਤਾਂ ਪਾਸਟ ਦੀ ਗੱਲ ਹੋ ਗਈ ਜੀ। ਤਾਂ ਇੱਥੇ ਜੇ ਸੈਂਟੈਂਸ ਨੂੰ ਮੈਂ ਪੂਰਾ ਕਰਾਂ ਤਾਂ ਪੂਰਾ ਕਿਵੇਂ ਕੀਤਾ ਜਾ ਸਕਦਾ ਜੀ? ਹਾਂਜੀ, ਦਾ ਮੇਨ ਪ੍ਰੋਬਲਮ ਵਿਚ ਇਜ਼ ਫੇਸਡ ਬਾਈ, ਹਾਂਜੀ ਦਾ ਮੇਨ ਪ੍ਰੋਬਲਮ ਵਿਚ ਇਜ਼ ਫੇਸਡ ਬਾਈ, ਇਹਨੂੰ ਮੈਂ ਪੂਰਾ ਕਰਤਾ ਲੋ ਰਿਲੇਟਿਵ ਪ੍ਰੋਨਾउन ਲਾ। ਦਾ ਮੇਨ ਪ੍ਰੋਬਲਮ ਵਿਚ ਇਜ਼ ਫੇਸਡ ਬਾਈ ਪੂਅਰ ਕੰਟਰੀ ਡਿਊ ਟੂ ਬ੍ਰੇਨ ਡਰੇਨ। ਤੁਸੀਂ ਕਹੋਗੇ ਸਰ ਇਹਦਾ ਮੀਨਿੰਗ ਕੀ ਹੁੰਦਾ? ਬ੍ਰੇਨ ਡਰੇਨ ਦਾ ਮੀਨਿੰਗ ਹੁੰਦਾ ਵਾ ਜਦੋਂ ਕੋਈ ਪਰਸਨ ਯਾਨੀ ਕਿ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਹੁੰਦਾ, ਕਾਫੀ ਜ਼ਿਆਦਾ ਉਹਨੇ ਇੱਧਰੋਂ ਕਿਸੇ ਇੱਕ ਪਾਰਟਿਕੂਲਰ ਫੀਲਡ ਦੇ ਵਿੱਚ ਸਪੈਸ਼ਲਾਈਜ਼ਡ ਹੁੰਦਾ ਵਾ, ਜਿਵੇਂ ਕਿ ਟੀਚਰ, ਜਿਵੇਂ ਕਿ ਡਾਕਟਰ। ਉਹ ਜਦੋਂ ਪੜ੍ਹਿਆ ਲਿਖਿਆ ਬੰਦਾ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਰਹਿਣ ਲੱਗ ਜੇ ਤਾਂ ਜੀ ਇਹ ਪ੍ਰੋਸੈਸ ਨੂੰ ਕਹਿ ਦਿੰਦੇ ਆ ਬ੍ਰੇਨ ਡਰੇਨ। ਨੋਟ ਕਰ ਲਿਓ ਇੱਕ ਵਾਰੀ, ਟਾਸਕ 2 ਪਾਇਆ ਸੀਗਾ ਕਿ ਜੀ ਬ੍ਰੇਨ ਡਰੇਨ ਕਿਉਂ ਹੋ ਰਿਹਾ ਵਾ, ਕਾਰਨ ਕੀ ਆ, ਸੋਲੂਸ਼ਨ ਕੀ ਆ। ਤੇ ਉੱਥੇ 90% ਬੱਚੇ ਇਦਾਂ ਦੇ ਸੀ ਜਿਨ੍ਹਾਂ ਨੂੰ ਮੀਨਿੰਗ ਹੀ ਨਹੀਂ ਪਤਾ ਸੀਗਾ ਕਿ ਬ੍ਰੇਨ ਡਰੇਨ ਕੀ ਹੁੰਦਾ ਜੀ। ਮੇਰੇ ਹਿਸਾਬ ਨਾਲ ਸ਼ਾਇਦ 2018 ਦੇ ਵਿੱਚ ਹੋਈ ਸੀਗੀ ਇਹ ਚੀਜ਼। ਤਾਂ ਬ੍ਰੇਨ ਡਰੇਨ ਮੀਨ ਇੱਕ ਪੜ੍ਹੇ ਲਿਖੇ ਬੰਦੇ ਦਾ ਮਾਈਗ੍ਰੇਟ ਕਰ ਜਾਣਾ। ਚਲੋ ਜੀ ਜਾ ਕੇ ਦੇਖਦੇ ਹਾਂ। ਦਾ ਮੇਨ ਪ੍ਰੋਬਲਮ ਕਹਿੰਦੇ ਜਿਹੜੇ ਪੂਅਰ ਕੰਟਰੀ ਦੁਆਰਾ ਫੇਸ ਕੀਤੀ ਜਾਂਦੀ ਹੈ, ਕਾਹਦੇ ਕਰਕੇ? ਬ੍ਰੇਨ ਡਰੇਨ ਦੇ ਕਰਕੇ। ਕਿਹਦੇ ਵਿੱਚ ਜੀ? ਕਿਹੜੀ ਕਿਹੜੀ ਫੀਲਡ ਦੇ ਵਿੱਚ? ਡਾਕਟਰ ਨੂੰ ਬਣਾਤਾ ਜੀ ਇੱਥੇ ਮੈਡੀਸਾਈਨ, ਤੇ ਟੀਚਰ ਨੂੰ ਬਣਾਤਾ ਜੀ ਐਜੂਕੇਸ਼ਨ, ਕਿਉਂਕਿ ਉਹ ਵਾਰੀ-ਵਾਰੀ ਥੋੜੀ ਹੁਣ ਜਾਨੀ ਕਿ ਵਰਤੇ ਜਾਣੇ ਆ ਜੀ। ਹੁਣ ਡਾਕਟਰ ਦੀ ਫੀਲਡ ਚੱਕ ਕੇ ਲੈ ਕੇ ਆਓ ਨਾ ਇੱਥੇ ਮੈਡੀਸਾਈਨ। ਤਾਂ ਕਹਿੰਦੇ ਜਿਹੜੀ ਮੇਨ ਪ੍ਰੋਬਲਮ ਜਿਹੜੀ ਕਹਿੰਦੀ ਪੂਅਰ ਕੰਟਰੀ ਦੁਆਰਾ ਫੇਸ ਕੀਤੀ ਜਾਂਦੀ ਹੈ ਡਿਊ ਟੂ ਬ੍ਰੇਨ ਡਰੇਨ, ਕਿਹੜੀ ਫੀਲਡ ਦੇ ਵਿੱਚ ਜੀ? ਹਾਂਜੀ ਮੈਡੀਸਾਈਨ ਤੇ ਐਜੂਕੇਸ਼ਨ ਦੇ ਵਿੱਚ। ਉਹ ਪ੍ਰੋਬਲਮ ਕਿਹੜੀ ਹੈ ਜੀ? ਆਹ ਵਾਲਾ ਹੈਲਪਿੰਗ ਵਰਬ ਲਾਇਆ ਵਾ, ਆਹ ਵਾਲਾ ਲਾਇਆ ਇਹਦੇ ਲਈ, ਮੇਨ ਪ੍ਰੋਬਲਮ ਦੇ ਲਈ। ਆਹ ਚੀਜ਼ਾਂ ਮੈਂ ਤਾਂ ਰਿਲੇਟਿਵ ਪ੍ਰੋਨਾउन ਹੀ ਲਾ ਕੇ ਫਿੱਟ ਕੀਤੀਆਂ ਹੋਈਆਂ ਵਾ, ਸੈਂਟੈਂਸ ਨੂੰ ਲੰਮਾ ਖਿੱਚਿਆ ਵਾ ਤਾਂ ਕਿ ਵੈਰਾਈਟੀ ਸ਼ੋ ਕੀਤੀ ਜਾ ਸਕੇ ਜੀ। ਵੈਸੇ ਸੈਂਟੈਂਸ ਕੀ ਸੀਗਾ? ਦਾ ਮੇਨ ਪ੍ਰੋਬਲਮ ਇਜ਼ ਦੈਟ, ਬਸ ਇੱਥੋਂ ਸਟਾਰਟ ਹੋ ਸਕਦਾ ਜੀ ਸਿੱਧਾ। ਤਾਂ ਕਹਿੰਦੇ ਜੀ ਉਹ ਕਿਹੜੀ ਆ? is that they will struggle to develop, ਉਹ ਕਹਿੰਦੇ ਸਟਰਗਲ ਕਰਨਗੀਆਂ ਕੰਟਰੀਜ਼ ਟੂ ਡਿਵੈਲਪ ਹੋਣ ਦੇ ਲਈ। ਤੇ ਕਿ ਗਾਈ ਕਹਿੰਦੇ ਫਾਈਂਡ ਇਟ ਡਿਫਿਕਲਟ, ਤੇ ਉਹ ਕੰਟਰੀਜ਼ ਨੂੰ ਡਿਫਿਕਲਟ ਲੱਗੂਗਾ। ਕੀ ਲੱਗੂਗਾ ਜੀ ਡਿਫਿਕਲਟ? ਖੁਦ ਜਿਹੜੀ ਇਕਨੋਮੀ ਹੈਗੀ ਆ ਜਾਨੀ ਕਿ ਉਹਨੂੰ ਬਿਹਤਰ ਕਰਨਾ, ਜਾਨੀ ਕਿ ਉਹਨੂੰ ਹੋਰ ਜ਼ਿਆਦਾ ਇੰਪਰੂਵ ਕਰਨਾ, ਤੇ ਜੋ ਲਿਵਿੰਗ ਕੰਡੀਸ਼ਨ ਹੈਗੀਆਂ ਜੀ, ਧਿਆਨ ਨਾਲ ਦੇਖਿਓ ਜੀ। ਕਹਿੰਦੇ ਪੂਅਰ ਕੰਟਰੀ ਨੂੰ ਸਟਰਗਲ ਕਰਨਾ ਪਊਗਾ ਡਿਵੈਲਪ ਕਰਨ ਦੇ ਵਿੱਚ, ਤੇ ਨਾਲ ਨਾਲ ਉਹਨਾਂ ਨੂੰ ਕਿਹੜੀ ਚੀਜ਼ ਡਿਫਿਕਲਟ ਲੱਗੂਗੀ? ਇੱਕ ਤਾਂ ਉਹਨਾਂ ਦੀ ਜਿਹੜੀ ਇਕਨੋਮੀ ਹੈਗੀ ਹੈ ਜੀ, ਤੇ ਦੂਸਰਾ ਉਹਨਾਂ ਦੀਆਂ ਲਿਵਿੰਗ ਕੰਡੀਸ਼ਨ। ਇਹਨਾਂ ਦੋਨਾਂ ਚੀਜ਼ਾਂ ਨੂੰ ਬਿਹਤਰ ਬਣਾਉਣਾ ਉਹਨਾਂ ਨੂੰ ਡਿਫਿਕਲਟ ਲੱਗੂਗਾ। ਕਿਉਂ? ਕਿਉਂਕਿ ਪੜ੍ਹੇ ਲਿਖੇ ਲੋਕ ਤਾਂ ਬਾਹਰ ਜਾ ਵੜੇ ਜੀ। ਜਿਹੜੇ ਲੋਕਾਂ ਨੇ ਕੰਟਰੀਬਿਊਟ ਕਰਨਾ ਸੀਗਾ, ਲਿਵਿੰਗ ਸਟੈਂਡਰਡ ਨੂੰ ਵਧੀਆ ਲੈਵਲ ਤੇ ਲੈ ਕੇ ਜਾਣੇ ਸੀਗੇ, ਉਹ ਤਾਂ ਬਾਹਰ ਜਾ ਵੜੇ ਹਨ। ਫਿਰ ਉਹ ਕੰਟਰੀਆਂ ਨੂੰ ਡਿਫਿਕਲਟੀ ਹੋਊਗੀ ਨਾ ਜੀ। ਕਹਿੰਦੇ ਵਨ ਆਫ ਦਾ ਮੇਨ ਵੇਜ਼, ਹੁਣ ਇੱਥੇ ਆਪਾਂ ਦੇਖਦੇ ਵੀ ਇਹ ਗਾਂ ਕੀ ਕਰਨ ਲੱਗੇ ਆ ਜੀ। ਗਾਂ ਵਾਲੀ ਲਾਈਨ ਹੁਣ ਇਹ ਕਿਵੇਂ ਕਨੈਕਟ ਕਰੂਗੀ? ਤਾਂ ਕਹਿੰਦੇ ਜੀ ਵਨ ਆਫ ਦਾ ਮੇਨ ਵੇਜ਼, ਜਿਹੜਾ ਇੱਕ ਮੇਨ ਰਾਸਤਾ ਵਾ ਜੀ, ਕਹਿੰਦੇ ਯਾਨੀ ਕਿ ਇੱਕ ਮੇਨ ਰਾਸਤਿਆਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਵਾ ਦੈਟ ਡਿਵੈਲਪਿੰਗ ਕੰਟਰੀ ਕੈਨ ਬੈਟਰ ਜੀ, ਕੈਨ ਬੈਟਰ ਦੈਮਸੈਲਵਸ। ਉਹ ਕੀ ਹੈ ਜੀ? ਕਹਿੰਦੇ ਥਰੂ ਦਾ ਸਕਿੱਲ ਐਂਡ ਡੈਡੀਕੇਸ਼ਨ ਆਫ देयर ਪ੍ਰੋਫੈਸ਼ਨਲਸ, ਹਾਂਜੀ, ਵਿਚ ਇਜ਼ ਨੇਗੇਟਡ when they choose to take their skill to benefit another country। ਧਿਆਨ ਨਾਲ ਦੇਖਿਓ ਜੀ, ਕਾਫੀ ਹੈਵੀ ਲਾਈਨ ਲਿਖੀ ਆ। ਕੀ ਲਿਖਿਆ ਜੀ ਇਹਨਾਂ ਨੇ? ਕਹਿੰਦੇ ਜੀ ਹਾਂਜੀ one of the main ways that a developing countries can better themselves, ਕਹਿੰਦੇ ਜੀ ਜਿਹੜਾ ਇੱਕ ਮੇਨ ਰਾਸਤਾ ਹੈਗਾ ਵਾ ਨਾ, ਜਿਨ੍ਹਾਂ ਦੇ ਰਾਹੀਂ ਕਹਿੰਦੇ ਡਿਵੈਲਪਿੰਗ ਕੰਟਰੀਜ਼ ਖੁਦ ਨੂੰ ਬੈਟਰ ਕਰ ਸਕਦੀਆਂ ਵਾ, ਉਹ ਰਾਸਤਾ ਕਿਹੜਾ ਹੁੰਦਾ ਵਾ? ਉਹ ਹੁੰਦਾ ਵਾ ਥਰੂ ਦਾ ਸਕਿੱਲਸ ਤੇ ਡੈਡੀਕੇਸ਼ਨ ਦੇ ਰਾਹੀਂ ਹੀ। ਕਹਿੰਦੇ ਵੀ ਕੋਈ ਵੀ ਕੰਟਰੀ ਕਹਿੰਦੇ ਜੋ ਹੈਗੀ ਆ ਉਹ ਖੁਦ ਨੂੰ ਡਿਵੈਲਪ ਕਰਦੀ ਹੈ ਜੀ।
ਉਹ ਸਕਿੱਲ ਤੇ ਜਿਹੜੀਆਂ ਜਾਣੀ ਕਿ ਉਹ ਹੈਗੀਆਂ ਜੋ ਜਿਹੜੀਆਂ ਸਕਿੱਲ ਤੇ ਡੈਡੀਕੇਸ਼ਨ ਉਹ ਕਹਿੰਦੇ ਆ ਜਿਹੜੇ ਉਹ ਪ੍ਰੋਫੈਸ਼ਨਲ ਲੋਕਾਂ ਦੇ ਆ। ਸੋ ਸਾਰੀ ਲਾਈਨ ਦਾ ਮਤਲਬ ਕੀ ਨਿਕਲਿਆ, ਕਹਿੰਦੇ ਜਿਹੜਾ ਇੱਕ ਮੇਨ ਰਸਤਾ ਹੁੰਦਾ ਵਾ ਨਾ ਬਈ ਜਦੋਂ ਕੋਈ ਜਿਹਦੇ ਰਾਹੀਂ ਡਿਵੈਲਪਿੰਗ ਕੰਟਰੀ ਖੁਦ ਨੂੰ ਬੈਟਰ ਕਰ ਸਕਦੀ ਆ, ਉਹ ਰਸਤਾ ਕਿਹੜਾ ਹੁੰਦਾ ਵਾ, ਉਹ ਰਸਤਾ ਹੁੰਦਾ ਵਾ ਸਕਿੱਲ ਤੇ ਡੈਡੀਕੇਸ਼ਨ ਇਹਨਾਂ ਦੀਆਂ, ਜਿਹੜੇ ਪ੍ਰੋਫੈਸ਼ਨਲਸ ਹੈਗੇ ਆ, ਜਿਹੜੇ ਕਹਿੰਦੇ ਜੀ ਉਹ ਨਿਗੇਟ ਕਰਦੇ ਆ ਜੀ। ਨਿਗੇਟ, ਹੁਣ ਦੇਖੋ ਨਿਗੇਟ ਦਾ ਮੀਨਿੰਗ ਕੀ ਹੁੰਦਾ ਜੀ, ਤਾਂ ਨਿਗੇਟ ਦਾ ਮੀਨਿੰਗ ਨੋਟ ਕਰ ਲਿਓ ਜੀ। ਇੱਥੇ ਇਹਦਾ ਮੀਨਿੰਗ ਹੈਗਾ ਵਾ, ਹਾਂਜੀ, ਨਿਗੇਟ ਦਾ ਮਤਲਬ ਹੁੰਦਾ ਵਾ ਜਿਹੜੀ ਚੀਜ਼ ਨੂੰ ਜਾਣੀ ਕਿ ਨੈਗੇਟਿਵ ਬਣਾ ਦੇਣਾ ਜੀ। ਨਿਗੇਟ ਦਾ ਮਤਲਬ ਕੀ ਤੋਂ ਪਿਆ, ਨੈਗੇਟਿਵ ਤੋਂ, ਨੈਗੇਟਿਵ ਤੋਂ ਪਿਆ ਜੀ ਇਹ ਵਰਡ। ਨਿਗੇਟ ਮੀਨਸ ਕਿਸੇ ਦੀ ਵੈਲਿਊ ਖਤਮ ਕਰ ਦੇਣਾ, ਹਾਂਜੀ। ਤੇ ਹੁਣ ਜਿਹੜੀ ਗ੍ਰਾਮੈਟਿਕਲ ਮਿਸਟੇਕ ਕੀਤੀ ਗਈ ਆ, ਤੁਸੀਂ ਸ਼ਾਇਦ ਫਾਈਂਡ ਆਊਟ ਸਾਰਿਆਂ ਨੇ ਕਰ ਲਈ ਹੋਵੇ, ਤਾਂ ਦੇਖੋ ਕੈਨ ਤੋਂ ਬਾਅਦ ਚੋਂ ਹਮੇਸ਼ਾ ਫਸਟ ਫਾਰਮ ਆਊਗੀ ਇੱਥੇ। ਬੈਟਰ ਤਾਂ ਇੱਕ ਫਸਟ ਫਾਰਮ ਹੈ ਹੀ ਨਹੀਂ ਗੀ ਜੀ, ਬੈਟਰ ਤਾਂ ਇੱਕ ਡਿਜੈਕਟਿਵ ਹੁੰਦਾ ਵਾ ਜੀ। ਇਹਦਾ ਮਤਲਬ ਇੱਥੇ ਇਹ ਹੁਣ ਇੱਕ ਗ੍ਰਾਮੈਟਿਕਲ ਮਿਸਟੇਕ ਹੈ ਜੀ। ਤਾਂ ਜੀ one of the main ways that a developing country can make better themselves, can make better themselves, ਉਹ ਕੀ ਹੁੰਦਾ ਵਾ ਜੀ, ਥਰੂ ਦਾ ਸਕਿੱਲ ਤੇ ਡੈਡੀਕੇਸ਼ਨ ਕਿਹਨਾਂ ਦੀਆਂ, ਹਾਂਜੀ ਪ੍ਰੋਫੈਸ਼ਨਲਸ ਦੀ, ਜਿਹੜੀਆਂ ਕਿ ਕਹਿੰਦੇ ਕੀ ਹੋ ਜਾਂਦੀਆਂ ਵਾ, ਵਿਚ ਇਜ਼ ਨੇਗੇਟਡ, ਜਿਹੜੀਆਂ ਬਾਅਦ ਚੋਂ ਇੱਕ ਤਰ੍ਹਾਂ ਦੀਆਂ ਖੂਹ ਖਾਤੇ ਚ ਪੈ ਜਾਂਦੀਆਂ, ਨੈਗੇਟਿਵ ਹੋ ਜਾਂਦੀਆਂ ਵਾ, ਜਿਨ੍ਹਾਂ ਦਾ ਬਾਅਦ ਚੋਂ ਕੋਈ ਮਤਲਬ ਨਹੀਂ ਰਹਿੰਦਾ। ਜਦੋਂ ਜੀ ਕਹਿੰਦੇ ਉਹ ਚੂਜ਼ ਕਰ ਲੈਂਦੇ ਆ ਟੇਕ ਦੇਅਰ ਸਕਿੱਲਸ, ਆਪਣੀਆਂ ਸਕਿੱਲਸ ਲੈ ਕੇ ਜਾਣਾ ਟੂ ਬੈਨੀਫਿਟ, ਬੈਨੀਫਿਟ ਕਰਨ ਦੇ ਲਈ ਹੋਰ ਕੰਟਰੀ। ਤਾਂ ਦੂਜੀ ਲਾਈਨ ਦਾ ਮਤਲਬ ਇਹਨੇ ਘੁਮਾ ਫਰਾ ਕੇ ਬਹੁਤ ਜ਼ਿਆਦਾ ਇਕੱਠਾ ਜਿਹਾ ਇਹਨੂੰ ਕਰਤਾ ਜੀ। ਮੇਨ ਮੀਨਿੰਗ ਕੀ ਸੀਗਾ, ਕਹਿੰਦੇ ਜੀ ਕੰਟਰੀ ਨੇ ਆਪਣੇ ਆਪ ਨੂੰ ਡਿਵੈਲਪ ਕਰਨਾ ਹੁੰਦਾ ਵਾ ਸਕਿੱਲ ਤੇ ਡੈਡੀਕੇਸ਼ਨ, ਜਿਹੜੀ ਪ੍ਰੋਫੈਸ਼ਨਲ ਲੋਕਾਂ ਕੋਲ ਹੈਗੀ ਆ, ਉਹ ਦੋ ਚੀਜ਼ਾਂ ਦੇ ਸਿਰ ਤੇ ਕੰਟਰੀ ਡਿਵੈਲਪ ਹੋਣੀ ਹੁੰਦੀ ਹੈ। ਬਟ ਉਹ ਦੋ ਚੀਜ਼ਾਂ ਤਾਂ ਕਹਿੰਦੇ ਜੀ ਇੱਕ ਤਰ੍ਹਾਂ ਦੀਆਂ ਖਤਮ ਹੀ ਹੋ ਗਈਆਂ ਜਦੋਂ ਕੋਈ ਬੰਦਾ ਬਾਹਰ ਜਾਣ ਦਾ ਡਿਸਾਈਡ ਕਰ ਲੈਂਦਾ, ਜਦੋਂ ਕੋਈ ਬੰਦਾ ਉਸ ਸਕਿੱਲਸ ਨੂੰ ਹੋਰ ਕੰਟਰੀ ਚ ਲੈ ਜਾਂਦਾ, ਤਾਂ ਕਰਕੇ ਇਹ ਲਾਈਨ ਬਣਾਈ ਗਈ। ਤਾਂ ਨੈਕਸਟ ਕਹਿੰਦੇ ਜੀ, ਕਹਿੰਦੇ ਕੌਨਸੀਕੁਐਂਟਲੀ, ਤਾਂ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਜਿਵੇਂ ਜਿਵੇਂ ਸੋ ਵਗੈਰਾ ਦਾ ਬਾਹਲਾ ਜ਼ਿਆਦਾ ਯੂਜ਼ ਨਾ ਕਰਿਆ ਕਰੋ, ਦੇਅਰਫੋਰ ਦਾ ਬਾਹਲਾ ਜ਼ਿਆਦਾ ਯੂਜ਼ ਨਾ ਕਰਿਆ ਕਰੋ, ਹਾਂਜੀ ਕੌਨਸੀਕੁਐਂਟਲੀ ਲਾਇਆ ਕਰੋ ਜੀ। ਕਹਿੰਦੇ ਕੌਨਸੀਕੁਐਂਟਲੀ ਤਾਂ ਰਿਜ਼ਲਟ ਕੀ ਨਿਕਲਦਾ, ਕਹਿੰਦੇ ਲੈਸ ਡਿਵੈਲਪਡ ਕੰਟਰੀਜ਼ ਜਿਹੜੀਆਂ ਹੈਗੀਆਂ ਵਾ, ਉਹ ਕਹਿੰਦੇ ਕਿ ਵਿਲ ਨਾਟ ਬੀ ਏਬਲ ਟੂ, ਉਹ ਕਹਿੰਦੇ ਯੋਗ ਨਹੀਂ ਹੋਣਗੀਆਂ। ਕਦ ਯੋਗ ਨਹੀਂ ਹੋਣਗੀਆਂ ਜੀ, ਕਹਿੰਦੇ ਆਪਣੇ ਸਿਟੀਜ਼ਨਸ ਨੂੰ ਹਾਈ ਲੈਵਲ ਆਫ ਐਜੂਕੇਸ਼ਨ ਤੇ ਹੈਲਥ ਕੇਅਰ ਦੇਣ ਦੇ ਯੋਗ ਨਹੀਂ ਹੋਣਗੀਆਂ। ਹੁਣ ਧਿਆਨ ਨਾਲ ਦੇਖੋ ਇੱਥੇ, ਹਾਂਜੀ ਹੈਲਥ ਕੇਅਰ ਹੀ ਕਾਹਤੋਂ ਗਈ, ਕਿਉਂਕਿ ਸਟੇਟਮੈਂਟ ਦੇ ਵਿੱਚ ਲਿਖਿਆ ਕਿ ਡਾਕਟਰ ਮੂਵ ਹੋਈ ਜਾਂਦੇ, ਫਿਰ ਐਜੂਕੇਸ਼ਨ ਹੀ ਕਾਹਤੋਂ ਗਈ, ਕਿਉਂਕਿ ਨਾਲ ਨਾਲ ਟੀਚਰਸ ਵੀ ਲਿਖਿਆ ਜੀ। ਇਹ ਟਾਸਕ ਤੋਂ ਬਾਹਰ ਨਹੀਂ ਨਿਕਲ ਰਹੇਗੇ, ਜੋ ਬਸ ਦਿੱਤਾ ਹੋਇਆ, ਜਿਵੇਂ ਡਾਕਟਰ ਤੇ ਟੀਚਰਸ ਕਿਹਾ ਵਾ, ਤਾਂ ਡਾਕਟਰ ਤੇ ਟੀਚਰ ਨੂੰ ਲੈ ਕੇ ਡਿਜ਼ਾਈਨ ਕੀਤਾ ਗਿਆ ਜੀ ਪੈਰਾ। ਤਾਂ ਪਹਿਲੀ ਲਾਈਨ ਚ ਕਹਿੰਦੇ ਜੀ ਬ੍ਰੇਨ ਡਰੇਨ ਦੀ ਮੇਨ ਪ੍ਰੋਬਲਮ ਕੀ ਹੈ ਜੀ, ਕਹਿੰਦੇ ਮੇਨ ਪ੍ਰੋਬਲਮ ਆ ਕੰਟਰੀਜ਼ ਨੂੰ ਸਟਰਗਲ ਕਰਨਾ ਪਊਗਾ ਤੇ ਉੱਥੋਂ ਦੀ ਇਕਨੋਮੀ ਜਿਹੜੀ ਹੈਗੀ ਆ ਤੇ ਲਿਵਿੰਗ ਕੰਡੀਸ਼ਨ ਉਹ ਵਧੀਆ ਨਹੀਂ ਹੋਣਗੀਆਂ, ਉਹ ਡਿਫਿਕਲਟ ਹੋ ਜਾਣੀਆਂ, ਸੁਧਾਰਨੀ। ਕਹਿੰਦੇ ਜਿਹੜਾ ਇੱਕ ਰਾਸਤਾ ਹੁੰਦਾ ਵਾ, ਡਿਵੈਲਪਿੰਗ ਕੰਟਰੀ ਕੈਨ ਮੇਕ ਦੈਮਸੈਲਵਸ ਬੈਟਰ, ਵੀ ਆਪਣੇ ਆਪ ਨੂੰ ਜਿਹੜਾ ਉਹ ਬੈਟਰ ਬਣਾ ਸਕਦੀ ਆ, ਉਹ ਰਾਸਤਾ ਕਿਹਦੇ ਰਾਹੀਂ ਨਿਕਲਦਾ ਵਾ, ਥਰੂ ਦਾ ਸਕਿੱਲਸ ਐਂਡ ਡੈਡੀਕੇਸ਼ਨ ਕਿਹਨਾਂ ਦੀਆਂ, ਹਾਂਜੀ ਪ੍ਰੋਫੈਸ਼ਨਲਸ ਦੀਆਂ, ਵਿਚ ਇਜ਼ ਨੇਗੇਟਡ, ਜਿਹੜੀਆਂ ਬਾਅਦ ਚੋਂ ਖਤਮ ਹੋ ਜਾਂਦੀਆਂ ਜਮਾਂ ਹੀ, ਵੈਨ ਦੇ ਚੂਜ਼ ਟੂ ਟੇਕ ਦੇਅਰ ਸਕਿੱਲ, ਜਦੋਂ ਡਿਸਾਈਡ ਕਰਦੇ ਆ ਵੀ ਆਪਣੀ ਸਕਿੱਲਸ ਨੂੰ ਲੈ ਕੇ ਜਾਣਾ, ਕਿੱਥੇ ਲੈ ਕੇ ਜਾਣਾ, ਹੋਰ ਕੰਟਰੀ ਦੇ ਵਿੱਚ। ਕੌਨਸੀਕੁਐਂਟਲੀ ਕਹਿੰਦੇ ਸਿੱਟੇ ਕਿ ਨਿਕਲੂਗਾ ਹੁਣ ਲੈਸ ਡਿਵੈਲਪਡ ਕੰਟਰੀ, ਯਾਨੀ ਕਿ ਪੂਰੇ ਕੰਟਰੀਜ਼ ਨੂੰ ਹੀ ਵਾਰੀ-ਵਾਰੀ ਬਦਲ ਕੇ ਲਿਖਿਆ ਜਾ ਰਿਹਾ। ਲੈਸ ਡਿਵੈਲਪਡ ਕੰਟਰੀਜ਼ ਕਹਿੰਦੇ ਯੋਗ ਨਹੀਂ ਹੋਣਗੀਆਂ। ਹੁਣ ਕਿਹੜੀਆਂ ਕਿਹੜੀਆਂ, ਦੇਖੋ ਟੀਚਰ ਜਾ ਵੜੇ ਤਾਂ ਸਟੱਡੀ ਨਹੀਂ ਵਧੀਆ ਰਹਿਣੀ, ਤੇ ਡਾਕਟਰ ਜਾ ਵੜੇ ਤਾਂ ਜੀ ਹੈਲਥ ਕੇਅਰ ਨਹੀਂ ਕਹਿੰਦੇ ਵਧੀਆ ਰਹਿਣੀ। ਤੇ ਬਾਅਦ ਚੋਂ ਹੁਣ ਇੱਕ ਕੰਪਾਊਂਡ ਸੈਂਟੈਂਸ ਲਾਇਆ ਗਿਆ ਜੀ, ਤੁਸੀਂ ਧਿਆਨ ਨਾਲ ਹੁਣ ਤੱਕ ਦੇਖੋ ਤਾਂ ਰਿਲੇਟਿਵ ਪ੍ਰਨਾਊਨ ਪਲੱਸ ਕੰਪਾਊਂਡ, ਜੋ ਕੰਪਾਊਂਡ ਸੈਂਟੈਂਸ ਨਾਲ ਕਾਫੀ ਜ਼ਿਆਦਾ ਕੰਪਲੈਕਸਿਟੀ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਸੀਂ ਸਟਾਰਟਿੰਗ ਚ ਦੇਖ ਲਓ ਰਿਲੇਟਿਵ ਪ੍ਰਨਾਊਨ ਹੋਣੇ ਸ਼ੁਰੂ ਹੋ ਗਏ ਸੀਗੇ ਜੀ, ਤੇ ਨਾਲ ਨਾਲ ਕੰਪਾਊਂਡ ਸੈਂਟੈਂਸ ਵੀ ਹੋਣਾ, ਫਿਰ ਕੰਪਾਊਂਡ ਸੈਂਟੈਂਸ ਕਹਿੰਦੇ ਨੇ ਕਿ ਦਿਸ ਇੰਟਰਨ, ਇਹਦਾ ਮਤਲਬ ਕੀ ਹੁੰਦਾ, ਜੋ ਕਿ ਬਦਲੇ ਵਿੱਚ, ਧਿਆਨ ਨਾਲ ਜਾ ਕੇ ਦੇਖਿਓ ਜੀ, ਇਹਦਾ ਮੈਂ ਤੁਹਾਨੂੰ ਇੱਥੇ ਮੀਨਿੰਗ ਲਿਖਣ ਲੱਗਾ, ਨੋਟ ਕਰ ਲਓ ਜੀ।
ਐਂਟਰਨ ਦਾ ਮਤਲਬ ਹੁੰਦਾ ਯਾਨੀ ਕਿ ਬਦਲੇ ਵਿੱਚ, ਬਦਲੇ ਵਿੱਚ। ਤੇ ਕਹਿੰਦੇ ਜਿਹੜੀ ਇਹ ਚੀਜ਼ ਬਾਅਦ ਚੋਂ ਬਦਲੇ ਦੇ ਵਿੱਚ ਕੀ ਕਰਦੀ ਆ, ਵਿਲ ਹਿੰਡਰ। ਹਿੰਡਰ ਦਾ ਮੀਨਿੰਗ ਨੋਟ ਕਰ ਲਓ, ਯਾਨੀ ਕਿ ਕਿਸੇ ਚੀਜ਼ 'ਚ ਰੁਕਾਵਟ ਪਾਉਣਾ, ਸਟਾਪ ਕਰਨਾ ਜੀ, ਯਾਨੀ ਕਿ ਪ੍ਰੀਵੈਂਟ ਕਰਨਾ। ਕਿਉਂਕਿ ਡਾਇਰੈਕਟ ਵਰਡ ਦੇਖਿਆ ਕਰੋ ਜੀ, ਦੋ ਹੋਰ ਸਿੱਖਣ ਨੂੰ ਮਿਲਦੇ ਆ। ਜਿੱਥੇ ਵੀ ਤੁਹਾਨੂੰ ਪ੍ਰੀਵੈਂਟ, ਹਿੰਡਰ, ਸਟਾਪ ਇਹ ਤੁਹਾਨੂੰ ਰੀਡਿੰਗ 'ਚ ਮਿਲਣ ਤਾਂ ਸਮਝ ਲਓ ਤਿੰਨੇ ਇੱਕ ਦੂਜੇ ਦੇ ਸਿਨੋਨਿਮ ਆ ਜੀ। ਤਾਂ ਕਹਿੰਦੇ ਜੀ ਇਹ ਚੀਜ਼ ਬਾਅਦ ਚੋਂ ਬਦਲੇ ਦੇ ਵਿੱਚ ਯਾਨੀ ਕਿ ਪ੍ਰੀਵੈਂਟ ਕਰ ਦਿੰਦੀ ਹੈ, ਹਿੰਡਰ ਕਰ ਦਿੰਦੀ। ਕੀ ਹਿੰਡਰ ਕਰ ਦਿੰਦੀ ਹੈ ਜੀ? ਜਿਹੜੀ ਉਹਨਾਂ ਦੀ ਯੋਗਤਾ ਹੁੰਦੀ ਹੈ ਜੀ ਟੂ ਕੰਪੀਟ ਔਨ ਏ ਗਲੋਬਲ ਸਕੇਲ। ਯਾਨੀ ਕਿ ਜਿਹੜੀਆਂ ਇਹ ਕੰਟਰੀਆਂ ਵਾ, ਇੱਥੋਂ ਦੇ ਫਿਰ ਜਿਹੜੇ ਲੋਕ ਹੈਗੇ ਆ ਜੀ, ਉਹ ਕਹਿੰਦੇ ਕੰਪੀਟ ਨਹੀਂ ਕਰ ਪਾਉਂਦੇ। ਸਿਟੀਜ਼ਨਸ ਦੇ ਲਈ ਲਾਇਆ ਵਾ ਦੇਅਰ। ਇਹ ਫਿਰ ਜਿਹੜੀਆਂ ਦੋ ਚੀਜ਼ਾਂ ਹੈਗੀਆਂ ਨਾ, ਐਜੂਕੇਸ਼ਨ ਵੀ ਨਹੀਂ ਮਿਲੀ ਤੇ ਹੈਲਥ ਕੇਅਰ ਵੀ ਨਹੀਂ ਮਿਲੀ। ਇਹ ਦੋ ਚੀਜ਼ਾਂ ਬਦਲੇ ਦੇ ਵਿੱਚ, ਆ ਦੇਖੋ ਸਟਰਕਚਰ ਲਈ ਕਿੰਨੀ ਵਧੀਆ ਤਰੀਕੇ ਨਾਲ ਕਹਿੰਦੇ ਨੇ ਕਿ ਦਿਸ ਟਰਨ ਵਿਲ ਹਿੰਡਰ, ਇਹ ਹਿੰਡਰ ਕਰ ਦੂਗੀ ਉਹ ਸਿਟੀਜ਼ਨਸ ਦੀ ਜਿਹੜੀ ਯੋਗਤਾ ਵਾ, ਜੋ ਕੈਪੇਬਿਲਿਟੀ ਹੈ ਜੀ, ਉਹਨਾਂ ਦੀ ਕੈਪੇਬਿਲਿਟੀ ਕਿਹੜੀ, ਟੂ ਕੰਪੀਟ ਔਨ ਏ ਗਲੋਬਲ ਸਕੇਲ। ਉਹ ਬੰਦਾ ਹੁਣ ਗਲੋਬਲ ਸਕੇਲ ਤੇ ਜਾ ਕੇ ਕੰਪੀਟੀਸ਼ਨ ਥੋੜੀ ਲੜ ਲੂਗਾ ਕਿਸੇ ਨਾਲ, ਜਿਹਨੂੰ ਖੁਦ ਦੀ ਕੰਟਰੀ ਵਿੱਚ ਸਟੱਡੀ ਹੋਈ ਨਹੀਂ ਚੰਗੀ ਤਰ੍ਹਾਂ ਮਿਲੀ ਜਾਂ ਹੈਲਥ ਕੇਅਰ ਹੀ ਨਹੀਂ ਮਿਲੀ। ਤੇ ਕੀ ਕਹਿੰਦੇ ਜੀ ਹੁਣ ਗਾਂ ਜਾ ਕੇ, ਤਾਂ ਹੋਰ ਕਿਹੜੀ ਚੀਜ਼ ਨੂੰ ਹਿੰਡਰ ਕਰ ਲੂ? ਹਾਂਜੀ, ਪਹਿਲੇ ਨੰਬਰ ਤੇ ਤਾਂ ਕੰਪੀਟੀਸ਼ਨ ਨੂੰ, ਦੂਜੇ ਨੰਬਰ ਤੇ ਜੀ ਜੋ ਇਨਵੈਸਟਰਸ ਹੁੰਦੇ ਆ, ਜੋ ਖਿੱਚੇ ਹੁੰਦੇ ਆ। ਇੰਟਾਈਸ ਦਾ ਮਤਲਬ ਕੀ ਹੁੰਦਾ? ਕਿ ਲਾਲਚ ਦੇ ਮਾਰੇ ਕਿਸੇ ਚੀਜ਼ ਵੱਲ ਖਿੱਚੇ ਹੋਣਾ। ਤੁਹਾਨੂੰ ਇਹ ਚੀਜ਼ ਪਤਾ ਹੋਣਾ ਚਾਹੀਦਾ ਕਿ ਮੰਨ ਕੇ ਲਓ ਆਪਣੀ ਕੰਟਰੀ ਦੇ ਲੋਕ ਜਿਹੜੇ ਹੈਗੇ ਆ, ਜੋ ਰਿਚ ਪੀਪਲ ਹੈਗੇ ਆ ਜੀ, ਉਹ ਹੋਰਾਂ ਕੰਟਰੀਆਂ ਦੇ ਵਿੱਚ ਜਾ ਕੇ ਵੀ ਪੈਸਾ ਲਾਉਂਦੇ ਆ ਕਿਸੇ ਚੀਜ਼ ਦੇ ਉੱਪਰ, ਜਾਂ ਹੋਰਾਂ ਕੰਟਰੀਆਂ ਦੀਆਂ ਚੀਜ਼ਾਂ ਬਾਏ ਕਰਨ ਦੇ ਵਿੱਚ ਵੀ ਰੁਚੀ ਦਿਖਾਉਂਦੇ। ਕਿਉਂ? ਕਿਉਂਕਿ ਜਿਹੜੀਆਂ ਉਹ ਕੰਟਰੀਜ਼ ਆ ਉਹ ਪਾਵਰਫੁਲ ਆ ਜੀ ਬਹੁਤ ਜ਼ਿਆਦਾ। ਯਾਨੀ ਕਿ ਆਪਣੀ ਕੰਟਰੀ ਦਾ ਜੋ ਰਿਚ ਬੰਦੇ ਹੈਗੇ ਆ, ਉਹਨਾਂ ਦਾ ਜਿੰਨਾ ਪੈਸਾ ਆਪਣੀ ਖੁਦ ਦੀ ਕੰਟਰੀ ਦੀਆਂ ਬੈਂਕਾਂ ਵਿੱਚ ਪਿਆ ਵਾ, ਉਦੋਂ ਬਹੁਤ ਜ਼ਿਆਦਾ ਪੈਸਾ ਹੋਰਾਂ ਕੰਟਰੀ ਦੀਆਂ ਬੈਂਕਾਂ ਦੇ ਵਿੱਚ ਪਿਆ ਹੋ ਸਕਦਾ ਵਾ ਜੀ, ਕਿਉਂਕਿ ਉਹ ਕੰਟਰੀਆਂ ਪਾਵਰਫੁਲ ਜ਼ਿਆਦਾ ਹੋ ਸਕਦੀਆਂ ਵਾ ਜੀ। ਠੀਕ ਹੈ ਜੀ, ਮੰਨ ਕੇ ਤੁਸੀਂ ਕੋਈ ਵੀ ਰਿਚ ਬੰਦਾ ਚੱਕ ਲਓ ਤਾਂ ਉਹ ਖੁਦ ਦੀ ਕੰਟਰੀ ਦੇ ਵਿੱਚ ਸ਼ਾਇਦ 30% ਪੈਸਾ ਰੱਖੇ। ਕਿਉਂ? ਖੁਦ ਦੀ ਸਰਕਾਰ ਤੋਂ ਬਚਣ ਦੇ ਲਈ, ਟੈਕਸ ਤੋਂ ਬਚਣ ਦੇ ਲਈ। ਤੇ ਸ਼ਾਇਦ ਉਹ ਕਿਤੇ ਹੋਰ ਕੰਟਰੀ ਦੀ ਬੈਂਕ ਦੇ ਵਿੱਚ ਖਾਤਾ ਖੁਲਾ ਕੇ ਉੱਥੇ ਆਪਣਾ 70% ਪੈਸਾ ਉਹ ਜਾਂ ਤਾਂ ਯਾਨੀ ਕਿ ਲੱਗਾ ਹੋਵੇ ਕਿਸੇ ਨਾ ਕਿਸੇ ਚੀਜ਼ ਦੇ ਉੱਪਰ ਉਹਦਾ, ਤੇ ਜਾਂ ਕੋਈ ਬਾਹਰਲੀ ਬੈਂਕ ਦੇ ਵਿੱਚ ਪਿਆ ਹੋਊਗਾ ਜੀ। ਇਹ ਰਿਚ ਲੋਕਾਂ ਦੀਆਂ ਸਟ੍ਰੈਟਜੀਸ ਹੁੰਦੀਆਂ। ਤਾਂ ਇਹ ਸੇਮ ਹੀ ਕਹਿ ਰਹੇ ਆ, ਕਹਿੰਦੇ ਜਿਹੜੀ ਕੰਟਰੀ ਵੀ ਮਾੜੀ ਆ, ਤੇ ਉਹ ਕੰਟਰੀ ਵਿੱਚ ਕੋਈ ਬੰਦਾ ਕਾਹਤੋਂ ਖਿੱਚਿਆ ਆਊਗਾ ਜੀ? ਜਿਹੜੀ ਕੰਟਰੀ ਵੀ ਮਾੜੀ ਰਹਿ ਗਈ ਮੰਨ ਕੇ ਚੱਲੋ, ਜਿਹੜੀ ਡਿਵਲਪਡ ਹੀ ਨਹੀਂ ਹੋਏਗੀ, ਜਿੱਥੇ ਲੋਕ ਹੀ ਨਹੀਂ ਵਧੀਆ ਹੈਗੇ ਮੰਨ ਕੇ ਚੱਲੋ, ਉਹਨਾਂ ਲੋਕ ਉਹ ਫਿਰ ਕੰਟਰੀ ਕਿਸੇ ਨੂੰ ਖਿੱਚ ਵੀ ਨਹੀਂ ਸਕਦੀ ਨਾ ਲਾਲਚ ਦੇ ਕੇ। ਰਿਚ ਲੋਕਾਂ ਨੂੰ ਖਿੱਚ ਵੀ ਨਹੀਂ ਸਕਦੀ ਕੰਟਰੀ, ਨਾ ਹੀ ਉੱਥੋਂ ਦੇ ਲੋਕੀ ਕੰਪੀਟ ਕਰ ਸਕਦੇ ਆ, ਨਾ ਹੀ ਉਹ ਬਾਹਰੋਂ ਕਿਸੇ ਨੂੰ ਖਿੱਚ ਸਕਦੀ ਹੈ ਜੀ। ਤੇ ਕਹਿੰਦੇ ਜੇ ਆਪਾਂ ਲਾਸਟਲੀ ਫਾਈਨਲੀ ਜੇ ਆਪਾਂ ਦੇਖਿਆ ਜਾਵੇ ਤਾਂ ਕੀ ਕਰ ਦੂਗੀ ਜੀ? ਸਟਾਪ ਦਾ ਪਾਵਰਟੀ ਸਾਈਕਲ। ਪਾਵਰਟੀ ਸਾਈਕਲ ਸਟਾਪ ਹੋ ਜਾਣਾ ਜੀ। ਹੁਣ ਤਾਂ ਪਾਵਰਟੀ ਚਲੋ ਸਾਈਕਲ 'ਚ ਚੱਲਦੀ ਰਹਿੰਦੀ, ਕਿਤੇ ਹੋਗੀ ਕਿਤੇ ਨਾ ਹੋਗੀ, ਕਿਤੇ ਡਿਵੈਲਪਮੈਂਟ ਹੋਗੀ ਕਿਤੇ ਨਾ ਹੋਈ, ਫਿਰ ਉਹ ਸਾਈਕਲ ਸਟਾਪ ਹੋ ਜਾਣਾ ਜੀ ਉਹ ਕਹਿੰਦੇ। ਤਾਂ ਆਪਾਂ ਨੂੰ ਇਹ ਸਾਰਾ ਵੀ ਪਤਾ ਲੱਗਿਆ। ਇਹਦੇ ਵਿੱਚ ਜੇ ਹੁਣ ਤੁਸੀਂ ਕਹੋ ਕਿ ਜੀ GRA, ਤੁਸੀਂ ਇਹ ਚੀਜ਼ ਨੂੰ ਰੀਅਲਾਈਜ਼ ਕਰਿਓ ਕਿ ਇਹ ਤੁਹਾਨੂੰ ਦੇਖਣ ਤੋਂ BP ਲੱਗ ਰਿਹਾ ਵਾ, ਤੁਸੀਂ ਇਹ ਚੀਜ਼ ਨੂੰ ਸੈਂਟੈਂਸਾਂ ਦੇ ਵਿੱਚ ਤੋੜ ਦਿਓ। ਆ ਹੈਗਾ ਪਹਿਲਾ ਸੈਂਟੈਂਸ। ਆਪਾਂ ਇੱਥੇ ਕਲਰ ਚੇਂਜ ਕਰ ਲੈਨੇ ਆ। ਵਨ ਆਫ ਦਾ ਤੋਂ ਲੈ ਕੇ ਸਟਾਰਟ ਹੋਇਆ, ਇੱਥੋਂ ਤੱਕ ਗਿਆ ਇਹ ਦੂਸਰਾ ਸੈਂਟੈਂਸ, ਤੇ ਬਾਅਦ ਚੋਂ ਕੌਨਸੀਕੁਐਂਟਲੀ ਤੋਂ ਕਿੱਥੋਂ ਲੱਗੇ ਹੋ ਜੀ? ਕੌਨਸੀਕੁਐਂਟਲੀ ਤੋਂ ਲੈ ਕੇ ਲਾਸਟ ਜੀ। ਤਾਂ ਤੁਸੀਂ ਧਿਆਨ ਨਾਲ ਦੇਖੋ, ਰਾਈਟਰ ਨੇ ਸਿਰਫ 3 ਸੈਂਟੈਂਸ ਲਿਖੇ, ਸਿਰਫ 3 ਸੈਂਟੈਂਸਾਂ ਦੇ ਵਿੱਚ ਸਾਰਾ BP ਕਵਰ ਕਰਤਾ। ਹੁਣ ਤੁਸੀਂ ਹੁਣ ਸਵੇਰ ਤੋਂ ਤੁਸੀਂ ਵੀ ਟਰਾਈ ਕਰੋਗੇ, ਤੁਸੀਂ ਕਹੋਗੇ ਬਿਲਕੁਲ ਜੀ ਸਰ ਨੇ ਦੱਸਿਆ ਕਿ ਸੈਂਟੈਂਸ 3 ਹੀ ਲਿਖੇ ਸਿਰਫ। ਹੁਣ ਤੁਸੀਂ ਕੀ ਕਰਨਾ? ਤੁਸੀਂ ਇੱਕ ਸੈਂਟੈਂਸ ਲਿਖੀ ਜਾਣਾ, ਉਹਦੇ ਵਿੱਚ ਫਿਰ ਜਾਨੀ ਕਿ ਐਂਡ ਲਿਖਦੇ ਜੀ ਵਿੱਚ ਹੀ ਠੋਕ ਦੇਣਾ ਸੋ, ਲਿਖਦੇ ਦੇ ਵਿੱਚ ਹੀ ਵੜ ਲਿਆ ਤੁਸੀਂ ਵੈਨ, ਲਿਖਦੇ ਦੇ ਵਿੱਚ ਹੀ ਤੁਸੀਂ ਕੱਢਤਾ ਜੀ ਦੇਅਰਫੋਰ। ਹੁਣ ਤੁਹਾਨੂੰ ਭੁੱਲ ਹੀ ਗਿਆ ਵੀ ਕਿਤੇ ਫੁੱਲ ਸਟਾਪ ਲਾਈਦਾ ਵੀ ਹੁੰਦਾ ਕਿ ਨਹੀਂ, ਬਈ ਫੁੱਲ ਸਟਾਪ ਬਣਿਆ ਵੀ ਹੈ ਲੈਂਗੁਏਜ ਕਿ ਨਹੀਂ ਬਣਿਆ।
ਤੁਸੀਂ ਉਹਨੂੰ ਜਿਉਂ ਗੱਡੀ ਭਜਾਈ ਆਉਣੀ ਆ, ਮੈਂ ਸਾਈਡ ਤੇ ਲਿਖ ਦੇਣਾ ਰਨ ਔਨ ਸੈਂਟੈਂਸ। ਇੱਥੇ ਹੀ ਹੋਊਗਾ ਨਾ। ਗੇਮ ਵਾਲੀ ਬਣੀ। ਤੁਸੀਂ ਮੈਨੂੰ ਇਹ ਚੀਜ਼ ਦੱਸੋ, ਜਿਹੜਾ ਤੁਹਾਡੇ ਸਾਹਮਣੇ ਪੈਰਾ ਲਿਖਿਆ ਗਿਆ ਵਾ, ਦੇਖੋ ਮੈਂ ਤੁਹਾਨੂੰ ਤੁਹਾਡੀ ਹੈਬਿਟ ਦੱਸ ਰਿਹਾ, ਤੁਸੀਂ ਹੁਣ ਇਹ ਚੀਜ਼ ਸਿੱਖ ਲਈ, ਤੁਹਾਨੂੰ ਕਿਸੇ ਟ੍ਰੇਨਰ ਨੇ ਕਹਿਤਾ, ਜਿਵੇਂ ਨਾਰਮਲੀ ਬੱਚੇ ਮੈਨੂੰ ਕਹਿੰਦੇ ਰਹਿੰਦੇ ਆ ਕਿ ਜੀ ਟ੍ਰੇਨਰ ਕਹਿੰਦੇ ਜੀ ਕਿ ਸੈਂਟੈਂਸ ਨੂੰ ਗਾਂ ਦੀਆਂ ਵਧਾਈਓ ਹੀ ਚੱਲੀਏ ਤਾਂ ਬੈਂਡ ਜ਼ਿਆਦੇ ਆਉਂਦੇ ਆ। ਬਿਲਕੁਲ ਜੀ, ਸੈਂਟੈਂਸ ਨੂੰ ਗਾਂ ਦੀਆਂ ਵਧਾਈ ਚੱਲੀਏ ਤਾਂ ਬੈਂਡ ਜ਼ਿਆਦੇ ਆਉਂਦੇ ਆ, ਬਟ ਸੈਂਟੈਂਸ ਨੂੰ ਗਾਂ ਦੀਆਂ ਵਧਾਈ ਚੱਲੀਏ ਬਟ ਕਿਹੜੇ ਤਰੀਕੇ ਨਾਲ ਵਧਾਉਣਾ ਉਹ ਵੀ ਮਾਇਨੇ ਰੱਖਦਾ। ਜੇ ਤੁਸੀਂ ਇੱਕ ਸਿੰਗਲ ਸੈਂਟੈਂਸ ਦੇ ਵਿੱਚ ਹੀ 3 ਕੰਪਾਊਂਡ ਕੰਜੰਕਸ਼ਨਸ ਲਾਤੀਆਂ, ਪਹਿਲਾਂ ਬਟ ਲਾਇਆ ਪਿਆ, ਫਿਰ ਸੋ ਲਾਇਆ ਪਿਆ, ਫਿਰ ਐਂਡ ਲਾਇਆ ਪਿਆ, ਤਿੰਨੇ ਲਾਤੀਆਂ ਵਿੱਚ ਹੀ ਹੁਣ ਇੱਕ ਵੈਨ ਵੜਤਾ ਜੀ ਤੁਸੀਂ, ਬਾਅਦ ਚੋਂ ਦੇਅਰਫੋਰ ਵੀ ਕੌਮਾ ਪਾ ਕੇ ਵਿੱਚ ਹੀ ਲਾਤਾ। ਉਹ ਕਿਹੜਾ ਸੈਂਟੈਂਸ ਹੁੰਦਾ ਜਿਹਦੇ ਵਿੱਚ 3 ਕੰਪਾਊਂਡ ਹੋਣ ਜੀ, ਜਾਨੀ ਕਿ ਕੰਜੰਕਸ਼ਨ 2 ਕੰਪਲੈਕਸ ਹੋਣ, ਤੇ ਜਦੋਂ ਕੰਪਲੈਕਸ ਲਾਤੀਆਂ ਤੇ ਵਿੱਚ ਕੌਮੇ ਪਾ ਕੇ ਗਾਂ ਵਾਲੀਆਂ ਲਾਈਨਾਂ ਹੋਰ ਲਿਖਣੀਆਂ ਪੈਣੀਆਂ ਸੀਗੀਆਂ। ਇਹ ਟੋਟਲੀ ਰੋਂਗ ਸੈਂਟੈਂਸ ਆ ਜੀ। ਜਾਨੀ ਕਿ ਜੇ ਸੈਂਟੈਂਸ ਵਧਾਉਣਾ ਤਾਂ ਉਹਨੂੰ ਵਧਾਉਣ ਦਾ ਤਰੀਕਾ, ਉਹ ਤਰੀਕਾ ਤੁਹਾਡੇ ਸਾਹਮਣੇ ਲਿਖਿਆ ਪਿਆ ਜੀ। ਆਹ ਦੇਖੋ, ਮੈਂ ਤੁਹਾਨੂੰ ਹੁਣ, ਤੁਸੀਂ ਮੈਨੂੰ ਇਹ ਦਿਖਾਓ, ਮੈਂ ਇੱਥੇ ਇੱਕ ਸਕਰੀਨਸ਼ਾਟ ਲੈਣੇ ਆਪਾਂ ਫਿਰ, ਜਿਹੜਾ ਜੀ ਆਹ ਸੈਂਟੈਂਸ ਸੀਗਾ, ਆਹ ਜਿਹੜਾ ਪਹਿਲਾ ਸੈਂਟੈਂਸ ਸੀਗਾ, ਆਹ ਵਾਲਾ ਪਹਿਲਾ ਸੈਂਟੈਂਸ, ਤੁਸੀਂ ਮੈਨੂੰ ਦੱਸੋ ਵੀ ਇਹਦੇ ਵਿੱਚ ਕੋਈ 2 ਸੇਮ ਕੰਜੰਕਸ਼ਨਾਂ ਮਿਲਣ ਤੁਹਾਨੂੰ? ਮੇਰੇ ਹਿਸਾਬ ਨਾਲ ਕੋਈ ਨਹੀਂ ਮਿਲਣੀ ਜੀ ਤੁਹਾਨੂੰ। ਜਸਟ ਇੱਥੋਂ ਵਿੱਚ ਚੀਜ਼ ਆਪਾਂ ਜਾਨੀ ਕਿ ਪੂਰਾ ਕਰਤਾ ਇਹਨੂੰ ਸੈਂਟੈਂਸ ਨੂੰ। ਤੁਸੀਂ ਇਹਨੂੰ ਸਾਰਾ ਪੜ੍ਹ ਕੇ ਦੇਖੋ, ਤੁਹਾਨੂੰ ਲੱਗੂਗਾ ਜੀ ਇਹ ਤਾਂ 1 ਟਾਈਮ ਫਲੋ ਦੇ ਵਿੱਚ ਚੱਲਦਾ ਹੋਇਆ ਸੈਂਟੈਂਸ ਆ। ਤੁਸੀਂ ਦੂਸਰਾ ਪੜ੍ਹਿਓ ਜੀ, 1 ਆਫ ਦਾ ਮੇਨ ਵੇਸ ਤੋਂ ਲੈ ਕੇ ਪੜ੍ਹਿਓ, ਤੁਹਾਨੂੰ ਪਤਾ ਲੱਗੂਗਾ ਸੈਂਟੈਂਸ ਕਿੱਥੇ ਜਾ ਕੇ ਹਾਂਜੀ ਜੋੜਿਆ ਵਾ। ਦੈਟ ਨੇ ਜੋੜਿਆ ਪਹਿਲਾਂ ਤਾਂ ਜੀ, ਗਾਂ ਜਾ ਕੇ ਦੇਖੋ ਤਾਂ ਵਿੱਚ ਨੇ ਜਾ ਕੇ ਜੋੜਿਆ ਹੋਇਆ। ਨਾ ਹੀ ਕੋਈ ਕੰਪਾਊਂਡ ਸੈਂਟੈਂਸ ਦੀ ਲੋੜ ਪਈ, ਨਾ ਹੀ ਕਿਸੇ ਕੰਪਲੈਕਸ ਨੂੰ, ਬਸ ਰਿਲੇਟਿਵ ਪ੍ਰੋਨਾਊਨ ਦੇ ਸਿਰ ਤੇ ਜੋੜਤਾ 2 ਵਾਰੀ। ਤੁਸੀਂ ਗਾਂ ਚੱਲੋਗੇ, ਗਾਂ ਤੁਹਾਨੂੰ ਫਿਰ ਮਿਲਿਆ ਕਿ ਜੀ ਆ ਵੀ ਇੱਕ ਬਹੁਤ ਵੱਡਾ ਸੈਂਟੈਂਸ ਆ। ਇਹਦੇ ਵਿੱਚ ਵੀ ਕੰਪਾਊਂਡ ਸਿਰਫ ਸਿੰਗੂਲਰ ਟਾਈਮ ਯੂਜ਼ ਕੀਤੀ ਗਈ ਹੈ ਕੰਜੰਕਸ਼ਨ। ਮੈਨੂੰ ਕੋਈ ਦੂਸਰੀ ਕੰਪਾਊਂਡ ਕੰਜੰਕਸ਼ਨ ਦਿਖਾ ਦਿਓ ਇਹਦੇ ਵਿੱਚ। ਹੁਣ ਤੁਸੀਂ ਜਿਵੇਂ ਜਾਨੀ ਕਿ ਕਨੈਕਟ ਕਰਦੇ ਹੋ, ਤੁਹਾਡਾ ਰਸਤਾ ਕੀ ਹੈ? ਤੁਹਾਡਾ ਮੈਂ ਇੱਥੇ ਲਿਖਣ ਲੱਗਾ ਵਾਂ, ਜਿਵੇਂ ਤੁਸੀਂ ਜੋੜਦੇ ਹੋ, ਤੁਸੀਂ ਚੱਲਦੀ ਹੋਈ ਸੈਂਟੈਂਸ ਦੇ ਵਿੱਚ ਐਂਡ, ਜੋ ਕਿ ਰਾਈਟਰ ਨੇ ਵੀ ਲਾਇਆ, ਰਾਈਟਰ ਨੇ ਦੂਰੀ ਵਾਲੀ ਲਾਏ ਨਹੀਂ ਬੱਚੋ ਐਂਡ, ਤੁਸੀਂ ਜਾ ਕੇ ਗਾਂ ਫਿਰ ਇੱਕ ਵਾਰੀ ਲਾਉਣਾ ਵਾ ਐਂਡ। ਹੁਣ ਤੁਸੀਂ ਵਿੱਚੇ ਲਾਓਗੇ ਸੋ, ਤੇ ਵਿੱਚ ਹੀ ਤੁਸੀਂ ਲਾਤਾ ਇਹਦੇ ਬਟ। 4 ਕੰਪਾਊਂਡ ਕੰਜੰਕਸ਼ਨ ਹੈ ਇੱਕ ਸਿੰਗਲ ਸੈਂਟੈਂਸ ਵਿੱਚ। ਹੁਣ ਤੁਸੀਂ ਆਹ ਦੇਖੋ ਪੈਰਾ, ਜਿਹਦੇ ਵਿੱਚ ਰਾਈਟਰ ਨੇ ਵੀ 3 ਸੈਂਟੈਂਸ ਹੀ ਲਿਖੇ ਆ, ਬਟ ਰਾਈਟਰ ਨੇ ਕੋਈ ਰਿਪੀਟ ਹੀ ਨਹੀਂ ਕੀਤੀ ਜੀ। ਇਹਦਾ ਮਤਲਬ ਰਾਈਟਰ ਰਨ ਔਨ ਸੈਂਟੈਂਸ ਲਈ ਬਣਾ ਰਿਹਾ, ਰਾਈਟਰ ਦੇ ਸੈਂਟੈਂਸ ਕੰਟਰੋਲਡ ਹੋ ਰਹੇ ਆ ਪੂਰੇ। ਸਿੰਗਲ ਟਾਈਮ ਇੱਥੇ ਸੀਗਾ ਜੀ ਕੰਪਾਊਂਡ ਸੈਂਟੈਂਸ, ਦੇਖਣ ਤੋਂ ਵੱਡਾ ਲੱਗਦਾ ਵਾ, ਹੈ ਕੰਪਾਊਂਡ ਸੈਂਟੈਂਸ ਹੀ ਆ, ਜਸਟ ਕੰਪਾਊਂਡ ਆ, ਨਾਲੇ ਕੰਪਾਊਂਡ ਕੰਪਲੈਕਸ ਵੀ ਨਹੀਂ ਹੈਗਾ। ਜਿਹਦੇ ਵਿੱਚ ਲਿਖਿਆ ਜੀ ਧਿਆਨ ਨਾਲ ਦੇਖਿਓ, ਜਿੱਥੇ ਲਿਖਿਆ ਲੈਸ ਡਿਵੈਲਪਡ ਕੰਟਰੀਜ਼, ਇਹ ਹੈਗਾ ਵਾ ਸਬਜੈਕਟ, ਯਾਨੀ ਕਿ ਵਿਲ ਨਾਟ ਬੀ ਏਬਲ, ਆਹ ਪੋਰਸ਼ਨ ਹੈਗਾ ਵਰਬਲ, ਤੇ ਅੱਗੇ ਵਾਲਾ ਸਾਰਾ ਤੁਹਾਡਾ ਆਬਜੈਕਟ ਵਾਲਾ ਪੋਰਸ਼ਨ ਆ। ਇੱਕ ਸਿੰਗੂਲਰ ਸੈਂਟੈਂਸ ਜਸਟ, ਤੇ ਫਿਰ ਇੱਕ ਜਸਟ ਇੱਕ 1 ਟਾਈਮ ਕੰਜੰਕਸ਼ਨ ਲਾਈ ਜੀ ਐਂਡ, ਜੋ ਕਿ ਕੰਪਾਊਂਡ। ਤੇ ਬਾਅਦ ਚੋਂ ਕੀ ਲਿਖਿਆ ਜੀ, ਆਹ ਸਾਰੀ ਚੀਜ਼ ਸਬਜੈਕਟ, ਵਿਲ ਕੀ ਹੋ ਗਿਆ ਜੀ, ਵਰਬ ਹੋ ਗਿਆ, ਯਾਨੀ ਕਿ ਵਿਲ ਹਿੰਡਰ, ਇਹ ਵਰਬ ਵਾਲਾ ਪੋਰਸ਼ਨ ਹੋ ਗਿਆ। ਤੇ ਆਹ ਸਾਰਾ ਕਿਹਦੇ ਵਿੱਚ ਕਾਊਂਟ ਹੁੰਦਾ ਵਾ? ਇਹ ਸਾਰਾ ਆਬਜੈਕਟ ਦੇ ਵਿੱਚ ਕਾਊਂਟ ਹੁੰਦਾ। ਸੈਂਟੈਂਸ ਨਹੀਂ ਵਧਾ ਰਹੇਗੀ ਜੀ, ਇਹ ਰਾਈਟਰ ਸੈਂਟੈਂਸ ਨਹੀਂ ਵਧਾ ਰਹੇ। ਜੇ ਤੁਸੀਂ ਧਿਆਨ ਨਾਲ ਹੁਣ ਡੀਪ ਵਿੱਚ ਜਾ ਕੇ ਦੇਖੋ, ਤੁਹਾਨੂੰ ਨਹੀਂ ਲੱਗਦਾ ਕਿ ਸਬਜੈਕਟ ਨੂੰ ਲੌਂਗ ਲਿਖਿਆ ਗਿਆ ਵਾ, ਤੇ ਬਾਅਦ ਦੇ ਵਿੱਚੋਂ ਸਬਜੈਕਟ ਨੂੰ ਵੀ ਲੌਂਗ ਲਿਖਿਆ ਗਿਆ ਵਾ, ਜਾਨੀ ਕਿ ਇਹ 2 ਚੀਜ਼ਾਂ ਨੂੰ ਲੌਂਗ ਖਿੱਚ ਰਹੇ ਆ, ਨਾ ਕਿ ਸੈਂਟੈਂਸਸ ਨੂੰ ਗਾਂ ਦੀ ਗਾਂ ਜੋੜ ਰਹੇ ਆ। ਇਹ ਚੀਜ਼ ਆਪਣੇ ਮਾਈਂਡ 'ਚ ਰੱਖਿਓ, ਕਿਉਂਕਿ ਸਬਜੈਕਟ ਦੂਜੀ ਲਾਈਨ ਦਾ ਸਬਜੈਕਟ ਨਿੱਕਾ ਜਾਵਾ, ਜਾਨੀ ਕਿ ਦੋਨੇ ਲਾਈਨਾਂ ਦਾ ਸਬਜੈਕਟ ਨਿੱਕਾ ਨਿੱਕਾ ਵਾ। ਲੌਂਗ ਚੀਜ਼ ਕਿਹੜੀ ਹੋਈ? ਲੌਂਗ ਹੋਇਆ ਸੈਂਟੈਂਸ ਦਾ ਲਾਸਟ ਵਾਲਾ ਪਾਰਟ, ਜਿਹਦੇ ਵਿੱਚ ਹਿੰਡਰ ਤੋਂ ਬਾਅਦ ਚੋਂ ਦੇਖੋ ਧਿਆਨ ਨਾਲ, ਆਹ ਵਾਲਾ ਪਾਰਟ ਸਭ ਤੋਂ ਲੌਂਗ ਖਿੱਚਿਆ ਗਿਆ ਜੀ। ਇੱਥੇ ਹਿੰਡਰ ਕਰ ਦੂਗੀ, ਕੀ ਹਿੰਡਰ ਕਰ ਦੂਗੀ ਜੀ? ਜਿਹੜੀ ਉਹਨਾਂ ਦੀ ਕੈਪੇਬਿਲਿਟੀ ਆ, ਕਾਦੇ ਵਿੱਚ ਹਿੰਡਰ ਕਰ ਦੂਗੀ? ਪਹਿਲੇ ਨੰਬਰ ਤੇ ਟੂ ਕੰਪੀਟ, 2 ਤੋਂ ਬਾਅਦ ਚੋਂ ਫਸਟ ਫਾਰਮ, ਨੈਕਸਟ ਜਾ ਕੇ ਵੀ 2 ਤੋਂ ਬਾਅਦ ਚੋਂ ਫਸਟ ਫਾਰਮ, ਗਾਂ ਜਾ ਕੇ ਵੀ 2 ਤੋਂ ਬਾਅਦ ਚੋਂ ਫਸਟ ਫਾਰਮ। ਸੈਂਟੈਂਸ ਨੂੰ ਜੋੜਨ ਦੀ ਕਲਾ ਵਾ ਬਸ, ਤੇ ਕਿ ਜੀ ਇਹ 3 ਚੀਜ਼ਾਂ ਕਰਨ ਤੋਂ ਰੁਕ ਜਾਣਗੇ ਜੀ,
3 ਚੀਜ਼ਾਂ ਕਰਨ ਤੋਂ। ਤਾਂ ਇਹ ਚੀਜ਼ ਦਾ ਧਿਆਨ ਰੱਖਿਓ ਜੀ। ਮੈਂ ਜਾਣੀ ਕਿ ਇੱਕ ਵਾਰੀ ਸਿੰਗਲ ਟਾਈਮ ਫਿਰ ਥੋੜਾ ਰਿਪੀਟ ਕਰੂੰਗਾ। ਸੈਂਟੈਂਸ ਜੇ ਲੌਂਗ ਬਣਾਉਣਾ ਹੋਵੇ ਤਾਂ ਰਨ ਔਨ ਤੋਂ ਬਚਣਾ ਹੋਵੇ। ਰਨ ਔਨ ਸੈਂਟੈਂਸ ਕਿਹੜਾ ਹੁੰਦਾ ਜੀ? ਆ ਲਾਤਾ ਜੀ ਐਂਡ, ਵਿੱਚ ਚੱਲਦੇ ਦੇ ਸੋ ਆ ਗਿਆ, ਗਾਂ ਜਾ ਕੇ ਵਿੱਚ ਹੀ ਬਟ ਲਾਤਾ, ਗਾਂ ਜਾ ਕੇ ਵਿੱਚ ਹੀ ਦੇਅਰਫੋਰ ਲਾਇਆ ਪਿਆ ਜੀ, ਤੇ ਵਸ ਚੱਲੇ ਤਾਂ ਇੱਕ ਦੀ ਹੋਰ ਕੰਜੰਕਸ਼ਨ ਲਾਤੀ। ਆ ਹੋ ਗਿਆ ਤੁਹਾਡਾ ਰਨ ਔਨ ਸੈਂਟੈਂਸ। 3 ਕੰਪਾਊਂਡ ਕੰਜੰਕਸ਼ਨ ਇੱਕ ਸਿੰਗਲ ਚ ਨਹੀਂ ਹੁੰਦੀਆਂ ਜੀ। ਇਹ ਰਾਈਟਰ ਕੀ ਕਰ ਰਹੀ ਹੈ ਜੀ? ਸੈਂਟੈਂਸ ਹੈਗਾ ਸਿਰਫ ਸਿੰਗਲ, ਨਾਮ ਕੀ ਆ? ਕੰਪਾਊਂਡ। ਮੈਥਡ ਕੀ ਬਣਾ ਰਹੇ ਆ? ਧਿਆਨ ਨਾਲ ਦੇਖਿਓ, ਮੈਂ ਤੁਹਾਨੂੰ ਮੈਥਡ ਦੱਸ ਰਿਹਾ ਜੀ। ਇਹਦਾ ਕੋਮਾ ਫਿਰ ਇੱਕ ਆ, ਤੇ ਹੁਣ ਜਾਨੀ ਕਿ ਇਹਦੇ ਇੱਕ ਵਿੱਚ ਹੀ ਸੈਂਟੈਂਸ ਹੈ ਜੀ। ਆਹ ਵਾਲੀ ਡਾਇਗਰਾਮ ਹੈ। ਹੁਣ ਤੁਸੀਂ ਕਹੋਗੇ ਸਾਰੇ ਕੀ ਹੈ ਜੀ? ਸਬਜੈਕਟ, ਵਰਬ ਤੇ ਆਬਜੈਕਟ। ਸਬਜੈਕਟ, ਵਰਬ ਤੇ ਆਬਜੈਕਟ। ਹੁਣ ਇਹ ਕੋਈ ਪਾਰਟਿਕੂਲਰ ਰੱਟਾ ਲਾਉਣ ਵਾਲੀ ਚੀਜ਼ ਨਹੀਂ। ਹੁਣ ਆਪੋਜ਼ਿਟ ਵੀ ਹੋ ਸਕਦਾ ਜੀ। ਆਪੋਜ਼ਿਟ ਕਿਵੇਂ? ਸਬਜੈਕਟ, ਆ ਤੁਹਾਡੀ ਵਰਬ ਹੋ ਗਈ ਤੇ ਆ ਤੁਹਾਡਾ ਆਬਜੈਕਟ ਹੋ ਗਿਆ। ਗਾਂ ਚ ਜਾ ਕੇ ਸਬਜੈਕਟ, ਆ ਤੁਹਾਡੀ ਗਾਂ ਜਾ ਕੇ ਕੀ ਹੋ ਗਈ? ਵਰਬ ਹੋ ਗਈ, ਆ ਤੁਹਾਡਾ ਆਬਜੈਕਟ ਹੋ ਗਿਆ ਜੀ। ਤਾਂ ਤੁਸੀਂ ਇਹ ਦੇਖੋ ਕਿ ਜੇ ਤੁਸੀਂ ਸੈਂਟੈਂਸ ਨੂੰ ਧਿਆਨ ਨਾਲ ਜਾ ਕੇ ਦੇਖੋ, ਸੈਂਟੈਂਸ ਤਾਂ ਇੱਕ ਸਿੰਗਲ ਹੀ ਹੈ, ਜਸਟ ਕੰਪਾਊਂਡ ਸੈਂਟੈਂਸ ਹੈ ਜੀ। ਤਾਂ ਜਦੋਂ ਤੁਹਾਨੂੰ ਕੋਈ ਟ੍ਰੇਨਰ ਕਹਿੰਦਾ ਕਿ ਸੈਂਟੈਂਸ ਲੌਂਗ ਕਰੋ, ਲੌਂਗ ਕਰੋ ਦਾ ਮਤਲਬ ਯਾਨੀ ਕਿ ਇਹ ਨਹੀਂ ਹੁੰਦਾ ਹਮੇਸ਼ਾ ਕਿ ਕੰਜੰਕਸ਼ਨਾਂ ਵੱਧ ਤੋਂ ਵੱਧ ਲਾਈ ਚੱਲੋ। ਮੀਨਿੰਗ ਹੁੰਦਾ ਕਿ ਸਮ ਟਾਈਮ ਉਹਦਾ ਸਬਜੈਕਟਿਵ ਪਾਰਟ ਲੌਂਗ ਕੀਤਾ ਜਾਂਦਾ ਵਾ ਜੀ, ਜਾਂ ਉਹਦਾ ਲਾਸਟ ਪਾਰਟ ਲੌਂਗ ਕੀਤਾ ਜਾਂਦਾ। ਅੱਗੇ ਚੱਲਦੇ ਜੀ, ਆਪਾਂ ਕੀ ਕਹਿੰਦੇ, ਨੈਕਸਟ ਚੱਲਦੇ ਹਾਂ। ਤਾਂ ਨੈਕਸਟ ਦੇ ਵਿੱਚ ਆਪਾਂ ਨੂੰ ਇਹਨਾਂ ਨੇ ਕਿਹਾ ਜੀ, ਹਾਂਜੀ, ਤੇ ਜੇ ਤੁਸੀਂ ਉੱਥੇ ਜਾ ਕੇ ਲੈਕਸੀਕਲ ਰਿਸੋਰਸਸ ਦੇਖੋ, ਤੁਹਾਨੂੰ ਮੈਂ ਦੱਸਦਾ ਕਿ GRA ਉੱਪਰ ਇਹ ਰਾਈਟਰ ਦੀ ਜੋ ਕਮਾਂਡ ਆ ਉਹ ਕਾਫੀ ਜ਼ਿਆਦਾ ਹੈ ਜੀ। ਇਹ ਰਾਈਟਰ ਨੂੰ ਪੂਰਾ ਡੀਪ ਵਿੱਚ ਜਾ ਕੇ ਪਤਾ ਕਿ ਹਾਊ ਟੂ ਕੰਟਰੋਲ ਏ ਸੈਂਟੈਂਸ। ਤੇ ਜੇ ਤੁਸੀਂ ਕਹੋ ਕਿ ਜੀ ਇੱਥੇ ਅਸੀਂ ਲੈਕਸੀਕਲ ਰਿਸੋਰਸਸ ਵਗੈਰਾ ਦੇਖਣੇ ਆ ਜੀ, ਤਾਂ ਲੈਕਸੀਕਲ ਰਿਸੋਰਸਸ ਜਿਵੇਂ ਜਾਨੀ ਕਿ ਲੈਸ ਡਿਵੈਲਪਡ ਕੰਟਰੀਜ਼ ਹੋ ਗਈਆਂ ਜੀ, ਇਹ ਲੈਕਸੀਕਲ ਰਿਸੋਰਸਸ ਹੋ ਗਿਆ ਜੀ। ਫਿਰ ਹਾਈ ਲੈਵਲ ਆਫ ਹੋ ਗਿਆ ਜੀ, ਜੋ ਕਿ ਨੋਰਮਲੀ ਹੈ, ਜ਼ਿਆਦਾ ਵਧੀਆ ਨਹੀਂ। ਗਲੋਬਲ ਸਕੇਲ ਹੋ ਗਿਆ ਜੀ। ਫਿਰ ਆਹ ਕੋਲੋਕੇਸ਼ਨ ਬਣੀ ਤਾਂ ਨਹੀਂ ਹੋਗੀ ਜੀ। ਫਿਰ ਜਾਨੀ ਕਿ ਦਾ ਪਾਵਰਟੀ ਸਾਈਕਲ, ਆਹ ਵਾਲੇ ਵਰਡ ਜਿਨ੍ਹਾਂ ਤੇ ਮੈਂ ਸਰਕਲ ਕੀਤਾ ਹੋਇਆ ਵਾ, ਇਹ ਸਾਰੇ ਵਰਡ ਜਿਹੜੇ ਹੈਗੇ ਆ ਵਧੀਆ ਲੈਵਲ ਦੇ ਯੂਜ਼ ਕੀਤੇ ਗਏ ਆ ਜੀ ਇਹਦੇ ਵਿੱਚ। ਹਾਂਜੀ, ਅੱਗੇ ਚੱਲਦੇ ਜੀ ਆਪਾਂ ਨੈਕਸਟ ਵਿੱਚ ਕੀ ਕਹਿੰਦੇ ਜੀ? ਤਾਂ ਨੈਕਸਟ ਵਿੱਚ ਕਿਹਾ ਜੀ, ਦੇਖੋ ਹੁਣ ਪ੍ਰੋਬਲਮ ਤਾਂ ਹੋ ਗਈਆਂ। ਐਕਚੁਅਲ ਦੇ ਵਿੱਚ ਨੇ ਪ੍ਰੋਬਲਮ ਇੱਕ ਸਿੰਗਲ ਲਿਖੀ ਜੀ ਬਸ, ਤੇ ਹੁਣ ਇੱਕ ਸਿੰਗਲ ਸੋਲੂਸ਼ਨ ਦੇ ਰਹੇ ਆ ਜੀ ਬਸ। ਕਹਿੰਦੇ ਜੀ ਜਿਹੜਾ ਵਧੀਆ ਸੋਲੂਸ਼ਨ ਹੈ ਜੀ, ਕਹਿੰਦੇ ਟੂ ਡੀਲ ਵਿਦ ਪ੍ਰੋਫੈਸ਼ਨਲ ਲਿਵਿੰਗ देयर ਕੰਟਰੀ। ਜਿਹੜਾ ਕਹਿੰਦੇ ਇੱਕ ਵਧੀਆ ਸੋਲੂਸ਼ਨ ਆ ਟੂ ਡੀਲ ਕਰਨ ਦਾ। ਕਿਹਦੇ ਨਾਲ ਡੀਲ ਕਰਨ ਦਾ? ਡੀਲ ਨਾਲ ਹਮੇਸ਼ਾ ਵਿਦ ਹੀ ਲੱਗਦਾ ਹੁੰਦਾ। ਡੀਲ ਵਿਦ ਪ੍ਰੋਫੈਸ਼ਨਲਸ। ਕਿਹੜੇ ਪ੍ਰੋਫੈਸ਼ਨਲਸ? ਸੈਂਟੈਂਸ ਨੂੰ ਪੂਰਾ ਕਰਦੇ ਤਾਂ ਤੁਹਾਨੂੰ ਮਿਲਣਾ ਸੀਗਾ ਹੂ ਆਰ ਲਿਵਿੰਗ देयर ਕੰਟਰੀ, ਤਾਂ ਹੂ ਆਰ ਨੂੰ ਕੱਟਤਾ, ਸਿੱਧਾ ਲਿਖਤਾ ਲਿਵਿੰਗ देयर ਕੰਟਰੀ। ਆਹ ਵਾਲਾ ਹੈਲਪਿੰਗ ਵਰਬ ਕਿਹਦਾ ਵਾ? ਇਹ ਹੈਗਾ ਵਾ ਜੀ ਇਹਦਾ, ਇੱਕ ਸੋਲੂਸ਼ਨ ਦਾ। ਉਹ ਸੋਲੂਸ਼ਨ ਕਿਹੜਾ ਵਾ? ਉਹ ਸੋਲੂਸ਼ਨ ਹੈਗਾ ਵਾ ਫॉर देयर ਗਵਰਨਮੈਂਟ। ਗਵਰਨਮੈਂਟ ਦੇ ਲਈ ਕੀ ਆ ਬਈ? ਉਹਨਾਂ ਨੂੰ ਮੋਟੀਵੇਟ ਕਰੋ, ਇਨਕਰੇਜ ਕਰੋ ਜੀ ਉਹਨਾਂ ਨੂੰ ਟੂ ਸਟੇ, ਵਈ ਉਹ ਰੁਕਣ। ਤੇ ਹਾਂਜੀ, ਇਹ ਚੀਜ਼ ਕਰਨੀ ਕਿਵੇਂ ਹੈ ਜੀ? ਬਾਏ। ਹੁਣ ਇੱਕ ਰਾਸਤਾ ਦੱਸਣ ਲੱਗੇ ਆ। ਬਾਏ ਕਿਹਨੂੰ ਰਿਪਰੈਜ਼ੈਂਟ ਕਰਦਾ ਹੁੰਦਾ? ਜਾਂ ਤਾਂ ਬਾਏ ਤੋਂ ਬਾਅਦ ਚ ਕੋਈ ਚੀਜ਼ ਆਉਂਦੀ ਹੁੰਦੀ ਆ, ਜਿਵੇਂ ਬਾਏ ਕਾਰ ਜਾਂ ਬਾਏ ਪੈਨਸਲ, ਬਾਏ ਕਾਪੀ, ਤੇ ਜਾਂ ਕੋਈ ਇੱਕ ਬਣਿਆ ਤਣਿਆ ਰਾਸਤਾ ਆਉਂਦਾ ਹੁੰਦਾ ਜੀ। ਬਾਏ ਜਾਨੀ ਕਿ ਦੇ ਕੇ। ਕਿਹੜੀ ਚੀਜ਼ ਦੇ ਕੇ ਜੀ? ਬੈਟਰ ਵਰਕ ਕੰਡੀਸ਼ਨਸ ਦੇ ਕੇ। ਹੁਣ ਬਾਏ ਤੋਂ ਬਾਅਦ ਚ ਇੱਕ ਰਾਸਤਾ ਲਿਖਿਆ ਪਿਆ ਸੀਗਾ ਜੀ। ਤਾਂ ਕੀ ਕਹਿੰਦੇ ਜੀ? ਕਹਿੰਦੇ ਕਿਹੜਾ ਵਧੀਆ ਸੋਲੂਸ਼ਨ ਹੈਗਾ ਵਾ ਡੀਲ ਕਰਨ ਦਾ? ਹਾਂਜੀ, ਪ੍ਰੋਫੈਸ਼ਨਲਸ ਦੇ ਨਾਲ। ਕਿਹੜੇ ਪ੍ਰੋਫੈਸ਼ਨਲਸ? ਹੂ ਆਰ ਲਿਵਿੰਗ देयर ਕੰਟਰੀ। ਉਹ ਕਿਹੜਾ ਰਾਸਤਾ ਵਾ ਜੀ? ਗਵਰਨਮੈਂਟ ਦੇ ਲਈ ਆਓ, ਹੋਏਗਾ ਮੋਟੀਵੇਟ ਕਰਨਾ। ਦੈਮ ਕਿਹਦੇ ਲਈ? ਜੋ ਜਾਨੀ ਕਿ ਪ੍ਰੋਫੈਸ਼ਨਲਸ ਲਿਖਿਆ ਪਿਆ ਲਾਈਨ ਦੇ ਵਿੱਚ। ਟੂ ਸਟੇ, ਉਹ ਹੈਗਾ ਵੀ ਰੋਕ ਲਓ ਜੀ ਉਹਨਾਂ ਨੂੰ। ਰੋਕਣਾ ਵੀ ਕਿਵੇਂ ਆ? ਬਾਏ। ਹੁਣ ਇੱਕ ਰਾਸਤਾ ਦੱਸਿਆ ਜੀ, ਉਹਨਾਂ ਨੂੰ ਬੈਟਰ ਵਰਕ ਕੰਡੀਸ਼ਨਸ ਦੇ ਦਿਓ ਜੀ। ਉਹ ਕਹਿੰਦੇ
ਦਿਸ ਕੈਨ ਬੀ ਡਨ, ਇਹ ਚੀਜ਼ ਕੀਤੀ ਜਾ ਸਕਦੀ ਹੈ। ਕਿਹੜੀ ਚੀਜ਼ ਕੀਤੀ ਜਾ ਸਕਦੀ ਹੈ? ਪਿਛਲੇ ਲਾਈਨ 'ਚ ਕਿਹੜੀ ਚੀਜ਼ ਕਹਿੰਦੇ ਸੀਗੇ? ਬੈਟਰ ਵਰਕ ਕੰਡੀਸ਼ਨਸ ਦੀ ਗੱਲ ਕਰੀ ਜਾਂਦੇ ਆ ਜੀ। ਹੁਣ ਚੰਗੀ ਤਰ੍ਹਾਂ ਸਮਝਾਉਣਗੇ ਵੀ ਇਹ ਚੀਜ਼ ਕਿਵੇਂ ਕੀਤੀ ਜਾ ਸਕਦੀ ਹੈ। ਬੈਟਰ ਵਰਕ ਕੰਡੀਸ਼ਨ ਕਿਵੇਂ ਹੋ ਸਕਦੀਆਂ ਵਾ? ਇਹ ਚੀਜ਼ ਹੋ ਸਕਦੀ ਆ ਉਹਨਾਂ ਦੀ ਸੈਲਰੀ ਵਧਾ ਕੇ। ਸੈਲਰੀ ਵਧਾਤੀ ਤਾਂ ਬੈਟਰ ਵਰਕ ਨਹੀਂ ਹੋ ਗਿਆ, ਜਾਨੀ ਕਿ ਬੈਟਰ ਵਰਕ ਕੰਡੀਸ਼ਨਸ ਹੋ ਗਈਆਂ, ਜਾਨੀ ਕਿ ਬੈਟਰ ਲਾਈਫ ਹੋ ਗਈ। ਤੇ ਨਾਲ ਕੀ ਹੋ ਗਿਆ ਜੀ? ਇਨਵੈਸਟ ਕਰੋ ਜੀ, ਕਹਿੰਦੇ ਕੀ? ਉਹ ਕਹਿੰਦੇ ਕਿ ਸਟੇਟ ਆਫ ਆਰਟ ਜਿਹੜੇ ਇਕਵਿਪਮੈਂਟ ਹੈਗੇ ਆ, ਤੇ ਨਾਲ ਹੀ ਕਹਿੰਦੇ ਟ੍ਰੇਨਿੰਗ ਦਿਓ ਜੀ ਟੂ ਟੈਂਪਟ ਡਾਕਟਰਸ। ਟੈਂਪਟ ਦਾ ਮਤਲਬ ਹੁੰਦਾ ਲਾਲਚ ਦੇਣਾ, ਖਿੱਚਣਾ। ਡਾਕਟਰਸ ਨੂੰ ਲਾਲਚ ਦੇਣ ਦੇ ਲਈ ਕੋਈ ਟ੍ਰੇਨਿੰਗ ਵਗੈਰਾ ਦਿਓ ਜੀ। ਤੇ ਟੀਚਰਸ ਨੂੰ ਵੀ ਕਹਿੰਦੇ ਟੂ ਕੰਟੀਨਿਊ ਵਰਕਿੰਗ ਦੇਅਰ। ਇਹ ਚੀਜ਼ ਕਿਵੇਂ ਕੀਤੀ ਜਾ ਸਕਦੀ ਹੈ? ਨੰਬਰ 1 ਤੇ ਸੈਲਰੀ ਵਧਾਓ ਜੀ, ਕਹਿੰਦੇ ਉਹਨਾਂ ਦੀ। ਨੰਬਰ 2 ਤੇ ਜੋ ਡਿਵਾਈਸਸ ਵਗੈਰਾ ਹੈਗੀਆਂ, ਜੋ ਯੰਤਰ ਵਗੈਰਾ ਹੈਗੇ, ਉਹਨਾਂ ਦੇ ਕੋਲੇ ਜੋ ਚੀਜ਼ਾਂ ਉਹ ਯੂਜ਼ ਕਰਦੇ ਆ, ਉਹਨਾਂ ਦੇ ਵਿੱਚ ਹੋਰ ਪੈਸਾ ਲਾਓ ਜੀ। ਡਾਕਟਰ ਆ ਤੇ ਡਾਕਟਰ ਨੂੰ ਯਾਨੀ ਕਿ ਮਸ਼ੀਨਸ ਪ੍ਰੋਵਾਈਡ ਕਰੋ, ਤਾਂ ਕਿ ਡਾਕਟਰ ਨੂੰ ਇੱਕ ਫੀਲਿੰਗ ਆਵੇ ਕਿ ਮੇਰਾ ਕੰਮ ਹੁਣ ਬਹੁਤ ਵਧੀਆ ਵਾ, ਮੇਰੇ ਕੋਲੇ ਲੇਟੈਸਟ ਚੀਜ਼ਾਂ ਵਾ ਕੰਮ ਕਰਨ ਦੀਆਂ। ਅੱਗੇ ਜਾ ਕੇ ਦੇਖੀਏ ਤਾਂ ਹੋਰ ਇੱਕ ਕਿਹੜੀ ਚੀਜ਼ ਆ? ਕਹਿੰਦੇ ਟ੍ਰੇਨਿੰਗ ਦਿਓ ਜੀ ਉਹਨਾਂ ਨੂੰ। ਤੁਸੀਂ ਆ ਸਾਰਿਆਂ ਨੇ ਪੈਰਲਲਿਜ਼ਮ ਨੋਟ ਕਰਿਓ ਜੀ। ਇੱਕ ਵਰਡ ਹੁੰਦਾ ਪੈਰਲਲਿਜ਼ਮ। ਮੈਂ ਤੁਹਾਨੂੰ ਤਾਂ ਵੀ ਇਹ ਚੀਜ਼ ਦੱਸਣਾ ਚਾਹੁੰਦਾ ਸੀਗਾ। ਤਾਂ ਪੈਰਲਲਿਜ਼ਮ ਦਾ ਮਤਲਬ ਕੀ ਹੁੰਦਾ ਜੀ? ਅੱਛਾ, ਤੁਸੀਂ ਇੱਕ ਚੀਜ਼ ਤੇ ਗੌਰ ਕਰਕੇ ਦੇਖਿਓ। ਤੁਸੀਂ ਕਹਿੰਦੇ ਪੁੱਛਿਆ ਨਹੀਂ ਕਿ ਸਰ ਜਿਹੜਾ ਆ ਲਿਖਿਆ ਪਿਆ ਵਾ ਵਿਲ ਹਿੰਡਰ, ਰੋਕ ਦੂਗੀ। ਰੋਕ ਦੂਗੀ ਕਿਹੜੀ ਚੀਜ਼ ਨੂੰ ਰੋਕ ਦੂਗੀ ਜੀ? ਜਿਹੜੀ ਉਹਨਾਂ ਦੀ ਯੋਗਤਾ ਵਾ। ਯੋਗਤਾ ਕਾਦੀ? ਪਹਿਲੇ ਨੰਬਰ ਤੇ ਹੈਗੀ ਹੈ ਜੀ ਕੰਪੀਟ ਕਰਨਾ। ਹਾਂਜੀ, ਕੰਪੀਟ ਕਰਨ ਦੀ ਯੋਗਤਾ ਨੂੰ ਰੋਕ ਦੂਗੀ। ਦੂਜੇ ਨੰਬਰ ਤੇ ਹੈਗਾ ਜੀ ਇਨਵੈਸਟਰਸ ਨੂੰ ਲਾਲਚ ਦੇ ਕੇ ਖਿੱਚਣ ਦੀ ਯੋਗਤਾ ਨੂੰ ਰੋਕ ਦੂਗੀ। ਤੀਸਰੇ ਨੰਬਰ ਤੇ ਕਿ ਜੀ ਪੋਵਰਟੀ, ਜੋ ਸਾਈਕਲ ਨੂੰ ਸਟਾਪ ਕਰਨ ਦੀ ਯੋਗਤਾ ਨੂੰ ਰੋਕ ਦੂਗੀ। ਜਾਨੀ ਕਿ ਆ ਵਿਲ ਹਿੰਡਰ ਇਹ ਤਿੰਨਾਂ ਦੇ ਲਈ ਕੰਮ ਕਰ ਰਿਹਾ ਵਾ। ਹੁਣ ਵਾਰੀ ਥੋੜਾ ਲਾਉਣਗੇ ਜੀ, ਵਾਰੀ ਥੋੜਾ ਲਾਉਣਗੇ ਵੀ ਵਿਲ ਹਿੰਡਰ ਟੂ ਕੰਪੀਟ ਔਨ ਏ ਗਲੋਬਲ ਸਕੇਲ, ਫਿਰ ਐਂਡ ਪਾ ਕੇ ਫਿਰ ਵਿਲ ਹਿੰਡਰ ਆ, ਫਿਰ ਲਾਸਟ ਉੱਪਰ ਜਾ ਕੇ ਫਿਰ ਵਿਲ ਹਿੰਡਰ ਟੂ ਸਟਾਪ। ਵਾਰੀ ਥੋੜਾ ਲਾਉਣਗੇ। ਉਹ ਮੇਨ ਰੱਖਿਆ ਵਾ, ਬਾਅਦ ਚੋਂ ਕੌਮੇ ਪਾ ਕੇ ਯਾਨੀ ਕਿ ਲਿਸਟ ਬਣਾਈ ਗਈ ਹੈ। ਤੇ ਤੁਸੀਂ ਇਹ ਚੀਜ਼ ਨੋਟ ਕਰਿਓ ਕਿ ਜਦੋਂ ਵਿਲ ਹਿੰਡਰ ਤੇ ਲਿਖਿਆ ਵਾ ਤੇ ਬਾਅਦ ਚੋਂ ਲਿਖਿਆ ਵੀ ਇਹ ਯੋਗਤਾ ਨੂੰ ਰੋਕ ਦੂਗੀ। ਕਿਹੜੀ ਯੋਗਤਾ ਨੂੰ? ਹਾਂਜੀ, ਪਹਿਲੀ ਆ ਟੂ ਕੰਪੀਟ, ਟੂ ਤੋਂ ਬਾਅਦ ਚੋਂ ਫਸਟ ਫਾਰਮ। ਹੁਣ ਦੂਸਰੀ ਨਾਲ ਵੀ ਇਹਨਾਂ ਨੇ ਟੂ ਤੋਂ ਬਾਅਦ ਚੋਂ ਫਸਟ ਫਾਰਮ ਰੱਖਣੀ ਪੈਣੀ ਸੀਗੀ, ਤੇ ਤੀਸਰੀ ਨਾਲ ਵੀ ਫਿਰ ਜੀ ਟੂ ਤੋਂ ਬਾਅਦ ਚੋਂ ਫਸਟ ਫਾਰਮ ਹੀ ਰੱਖਣੀ ਪੈਣੀ ਸੀਗੀ। ਹੁਣ ਇਹ ਬਦਲ ਨਹੀਂ ਸਕਦੇ ਸੀ ਵਾਰੀ ਚੀਜ਼ਾਂ ਨੂੰ। ਇਹ ਹੁੰਦੀ ਆ ਪੈਰਲਿਜ਼ਮ, ਸਮਾਨਤਾ ਬਣਾ ਕੇ ਚੱਲਣਾ। ਇਹ ਚੀਜ਼ ਤੁਹਾਨੂੰ ਗਾਂ ਵੀ ਦੇਖਣ ਨੂੰ ਮਿਲੂਗੀ। ਇਹ ਸੇਮ ਚੀਜ਼ ਤੁਹਾਨੂੰ ਗਾਂ ਵੀ ਦੇਖਣ ਨੂੰ ਮਿਲੀ। ਇਹ ਗਾਂ ਕਿੱਥੇ ਦੇਖਣ ਨੂੰ ਮਿਲੀ? ਜਿੱਥੇ ਇਹਨਾਂ ਨੇ ਤੁਹਾਨੂੰ ਕਿਹਾ ਸੀਗਾ ਜੀ ਕਿ ਜਿਹੜੀ ਇਹ ਚੀਜ਼ ਹੈ ਜੀ ਇਹ ਕੀਤੀ ਜਾ ਸਕਦੀ ਹੈ ਕਿਹਦੇ ਦੁਆਰਾ? ਬਾਏ। ਹੁਣ ਦੇਖੋ, ਬਾਏ ਤੋਂ ਬਾਅਦ ਚੋਂ ਫਸਟ ਫਾਰਮ ਨਾਲ ing ਲਾਇਆ, ਤੇ ਬਾਅਦ ਚੋਂ ਵੀ ਇਹਨਾਂ ਨੇ ਫਿਰ ਫਸਟ ਫਾਰਮ ਨਾਲ ਕੀ ਲਾਇਆ? ing ਲਾਇਆ, ਤੇ ਬਾਅਦ ਚੋਂ ਵੀ ਇਹਨਾਂ ਨੇ ਹੁਣ ਕੀ ਲਾਇਆ? ਫਸਟ ਫਾਰਮ ਨਾਲ ing ਲਾਇਆ। ਇਹ ਹੁੰਦੀ ਆ ਪੈਰਲਿਜ਼ਮ। ਤੇ ਤਿੰਨਾਂ ਚੀਜ਼ਾਂ ਨੂੰ ਕਹਤਾ ਜੀ ਇਟ ਕੈਨ ਬੀ ਡਨ, ਇਹ ਚੀਜ਼ ਕੀਤੀ ਜਾ ਸਕਦੀ ਹੈ ਬਾਏ। ਹੁਣ ਇਹ ਜਾਨੀ ਕਿ ਲਿਸਟ ਬਣਾਉਣੀ ਸੀ ਜੀ ਇਹਨਾਂ ਨੇ ਕਿ ਕਿਹੜੀਆਂ ਚੀਜ਼ਾਂ। ਜੇ ਇਹ ਵਧੀਆ ਚੀਜ਼ ਕਰਨੀ ਹੁੰਦੀ ਤਾਂ ਜਿਹੜਾ ਜੀ ਆਹ ਲਿਖਿਆ ਹੋਇਆ ਐਂਡ, ਯਾਨੀ ਕਿ ਇਹ ਨਹੀਂ ਲਿਖਣਾ ਚਾਹੀਦਾ ਸੀ, ਇੱਥੇ ਲਾਉਣਾ ਚਾਹੀਦਾ ਸੀ ਰਾਈਟਰ ਨੂੰ ਕੌਮਾ। ਤਾਂ ਧਿਆਨ ਨਾਲ ਦੇਖੋ, ਜਾਨੀ ਕਿ ਪਹਿਲੀ ਲਿਸਟ ਕੌਮਾ, ਫਿਰ ਦੂਸਰੀ ਲਿਸਟ, ਫਿਰ ਗਾਂ ਲਾਸਟ ਵਾਲੀ ਲਈ ਆਪਾਂ ਕੀ ਕੀਤਾ ਜੀ? ਲਾਸਟ ਵਾਲੀ ਲਈ ਆਪਾਂ ਆ ਚੀਜ਼ ਨਹੀਂ ਕੀਤੀ ਜੀ, ਆਪਾਂ ਲਾਸਟ ਵਾਲੀ ਸਿੱਧੀ ਲਿਖ। ਤੇ ਹੁਣ ਜੇ ਤੁਸੀਂ ਗਾਂ ਦੇਖੋ ਤਾਂ ਰਾਈਟਰ ਨੇ ਤੇ ਥੋੜਾ ਜ਼ਿਆਦਾ ਹੀ ਭਚੋਲ ਪਾ ਲਿਆ ਵੈਸੇ। ਕਿਹੜਾ? ਇੱਥੇ ਵੀ ਲਿਖਤਾ ਜੀ ਐਂਡ, ਇੱਥੇ ਵੀ ਲਿਖਤਾ ਐਂਡ, ਇੱਥੇ ਵੀ ਲਿਖਤਾ ਐਂਡ। ਤੁਹਾਡੇ ਵਾਲੀ ਹੈਬਿਟ ਜਾਗ ਗਈ ਥੋੜੀ ਜੀ ਇਹਦੇ ਵਿੱਚ। ਤਾਂ ਕੀ ਕਹਿੰਦੇ ਜੀ? ਇਟ ਕੈਨ ਬੀ ਡਨ, ਇਹ ਚੀਜ਼ ਕੀਤੀ ਜਾ ਸਕਦੀ ਹੈ। ਕਿਵੇਂ? ਵੇਜ਼ ਵਧਾ ਕੇ ਆ ਆਪਾਂ ਚੱਕ ਦਿੰਨੇ ਐਂਡ, ਇੱਥੇ ਆਪਾਂ ਕੱਲਾ ਕੌਮਾ ਪਾ ਦਿੰਨੇ ਆ ਜੀ, ਕਿਉਂਕਿ ਪਹਿਲਾਂ ਕੀ ਹੋ ਗਿਆ? ਵੇਜ਼ ਵਧਾਉਣਾ। ਦੂਸਰਾ, ਜੋ ਜਾਨੀ ਕਿ ਜੋ ਉਹ ਡਿਵਾਈਸ ਵਗੈਰਾ ਯੂਜ਼ ਕਰਦੇ ਆ ਉਹਨਾਂ ਦੇ ਵਿੱਚ ਖਰਚ ਕਰਕੇ। ਤੇ ਹੁਣ ਆਪਾਂ ਇੱਥੇ ਵੀ ਆਪਾਂ ਕੌਮਾ ਹੀ ਪਾ ਦਿੰਨੇ ਆ ਜੀ, ਕਿਉਂਕਿ ਲਿਸਟ ਗਾਂ ਵੀ ਆ ਜੀ।
तीसरी की है जी ट्रेनिंग टू टेम्प्ट डॉक्टर्स के ट्रेनिंग दे के टू टेम्प्ट डॉक्टर्स। ते तीसरी की है जी, तीसरी की है जी इत्थे इन्हां ने लिखिया वा ओके ट्रेनिंग टू टेम्प्ट हाँ बिल्कुल जी आ हुण सारे ਲਈ ਕੰਮ ਕਰ ਰਿਹਾ ਵਾ ट्रेनिंग सारी लाइन ਦੇ ਲਈ ਪਿਛਲੇ ਲਈ ਕੰਮ ਕਰ ਰਿਹਾ ਜੀ ਤਾਂ ਕਰਕੇ ਲਾਸਟ ਵਾਲਾ ਕੱਟਣ ਨੂੰ ਰਹਿਣ ਦਿਓ ਜੀ ਐਂਡ ਲਾਸਟ ਵਾਲਾ ਆ ਜਿਹੜਾ ਹੈਗਾ ਇਹ ਕੱਟਣ ਨੂੰ ਰਹਿਣ ਦਿਓ ਪਹਿਲਾਂ ਵਾਲਾ ਕੱਟ ਕੇ ਆਪਾਂ ਕੋਮਾ ਪਾਤਾ ਹੁਣ ਆਪਾਂ ਲਿਸਟ ਬਣਾਤੀ ਪਹਿਲਾ ਕੀ ਹੈ ਜੀ ਤਨਖਾਹ ਵਧਾ ਕੇ ਦੂਸਰਾ ਕੀ ਹੈ ਜੀ ਕਿ ਜੋ ਡਿਵਾਈਸਸ ਵਗੈਰਾ ਉਹ ਯੂਜ਼ ਕਰਦੇ ਆ ਉਹਦੇ ਵਿੱਚ ਹੋਰ ਪੈਸਾ ਧੇਲਾ ਸਪੈਂਡ ਕਰਕੇ ਤੀਸਰਾ ਕੀ ਹੈ ਜੀ ਤੀਸਰਾ ਹੈਗਾ ਡਾਕਟਰਸ ਤੇ ਟੀਚਰਸ ਧਿਆਨ ਨਾਲ ਦੇਖੋ ਇਹ ਦੋਨਾਂ ਦੇ ਲਈ ਲਾਈ ਹੈ ਤੀਸਰਾ ਹੈਗਾ ਜੀ ਟ੍ਰੇਨਿੰਗ ਟੂ ਟੈਂਪਟ ਡਾਕਟਰ ਐਂਡ ਟੀਚਰਸ ਡਾਕਟਰ ਤੇ ਟੀਚਰਸ ਨੂੰ ਕਹਿੰਦੇ ਟੈਂਪਟ ਕਰਨ ਦੇ ਲਈ ਟ੍ਰੇਨਿੰਗ ਦਿਓ ਲਲਚਾਉਣ ਦੇ ਲਈ ਲਾਲਚ ਦੇਣ ਦੇ ਲਈ ਤਾਂ ਕਿ ਉਹ ਕੰਟੀਨਿਊ ਕਰਨ ਕੀ ਕੰਟੀਨਿਊ ਕਰਨ ਵਰਕਿੰਗ ਦੇਅਰ ਇੱਥੇ ਵਰਕ ਕਰਨਾ ਜੀ ਤੇ ਇੱਕ ਹੋਰ ਪੋਸੀਬਲ ਜਿਹੜਾ ਹੈਗਾ ਜੀ ਆਨਸਰ ਦੋ ਰਸਤੇ ਲਿਖਣ ਲੱਗੇ ਆ ਜੀ ਇੱਕ ਹੋਰ ਪੋਸੀਬਲ ਆਨਸਰ ਜਿਹੜਾ ਹੈਗਾ ਵਾ ਫॉर ਦਾ ਪੂਰਰ ਕੰਟਰੀਜ਼ ਦੇ ਲਈ ਧਿਆਨ ਨਾਲ ਦੇਖਿਓ ਜੀ ਇੱਕ ਹੋਰ ਪੋਸੀਬਲ ਆਨਸਰ ਜਿਹੜਾ ਹੈਗਾ ਉਹ ਕੀ ਹੈ ਜੀ ਫॉर ਪੂਰਰ ਕੰਟਰੀਜ਼ ਜੇ ਉਹਨਾਂ ਨੇ ਕਹਿੰਦੇ ਬੈਟਰ ਸਟੈਂਡਰਡ ਆਫ ਲਿਵਿੰਗ ਦੇਣੀ ਆ ਤਾਂ ਕਹਿੰਦੇ ਜੀ ਤੇ ਕਹਿੰਦੇ ਹੁਣ ਇੱਥੇ ਧਿਆਨ ਨਾਲ ਦੇਖਿਓ ਜੀ ਧਿਆਨ ਨਾਲ ਦੇਖਿਓ ਜੀ ਇਹ ਰਾਈਟਰ ਐਕਚੁਅਲ ਦੇ ਵਿੱਚ ਲਿਸਟ ਬਣਾ ਕਈ ਸੈਂਟੈਂਸਸ ਨੂੰ ਖਿੱਚ ਰਿਹਾ ਜੇ ਤੁਸੀਂ ਇਹ ਚੀਜ਼ ਨੂੰ ਧਿਆਨ ਨਾਲ ਗੌਰ ਨਾਲ ਸਮਝੋ ਤਾਂ ਇਹਦੇ ਵਿੱਚ ਕੀ ਕਿਹਾ ਜੀ ਜੋ ਪੋਸੀਬਲ ਆਨਸਰ ਹੈਗਾ ਜੀ ਉਹ ਕੀ ਹੈ ਜੀ ਕਹਿੰਦੇ ਫॉर ਦਾ ਪੂਰਰ ਕੰਟਰੀਜ਼ ਉਹ ਕਹਿੰਦੇ ਜੀ ਕੀ ਕਰੇ ਟੂ ਬੈਟਰ ਸਟੈਂਡਰਡ ਆਫ ਲਿਵਿੰਗ ਮੋਰ ਟੋਲਰੈਂਸ ਤੇ ਮੋਰ ਪੋਜ਼ਿਟਿਵ ਫਿਊਚਰ ਜੀ ਕਹਿੰਦੇ ਇੱਕ ਰਾਸਤੇ ਦੇ ਤੌਰ ਤੇ ਦੇਵੇ ਜੀ ਆ ਤਿੰਨ ਚੀਜ਼ਾਂ ਨੂੰ ਪ੍ਰੋਵਾਈਡ ਕਰੇ ਜੀ ਕਿਹੜੀਆਂ ਕਿਹੜੀਆਂ ਬੈਟਰ ਸਟੈਂਡਰਡ ਆਫ ਲਿਵਿੰਗ ਮੋਰ ਟੋਲਰੈਂਸ ਤੇ ਪੋਜ਼ਿਟਿਵ ਫਿਊਚਰ ਇੱਕ ਹੋਰ ਕਹਿੰਦੇ ਜਿਹੜਾ ਰਾਸਤਾ ਹੈਗਾ ਵਾ ਪੂਰ ਕੰਟਰੀਜ਼ ਦੇ ਲਈ ਉਹ ਹੈਗਾ ਵਾ ਪ੍ਰੋਵਾਈਡ ਕਰਨਾ ਦੇਣਾ ਕੀ ਦੇਣਾ ਜੀ ਬੈਟਰ ਸਟੈਂਡਰਡ ਆਫ ਲਿਵਿੰਗ ਦੇਵੇ ਮੋਰ ਟੋਲਰੈਂਸ ਦੇਵੇ ਤੇ ਪੋਜ਼ਿਟਿਵ ਫਿਊਚਰ ਦੇਵੇ ਕਾਦੇ ਤੌਰ ਤੇ ਜੀ ਉਹ ਦਵੇ ਟੂ ਐਂਟਾਈਜ਼ ਦਾ ਮਤਲਬ ਹੁੰਦਾ ਵੀ ਲਾਲਚ ਦੇ ਤੌਰ ਤੇ ਦੇਵੇ ਜੀ ਉਹ ਕਹਿੰਦੇ ਟੂ देयर ਪ੍ਰੋਫੈਸ਼ਨਲ ਬੈਕ ਟੂ देयर ਓਨ ਕੰਟਰੀਜ਼ ਉਹਨਾਂ ਨੂੰ ਲਾਲਚ ਦੇ ਤੌਰ ਤੇ ਚੀਜ਼ਾਂ ਦੇਵੇ ਤਾਂ ਕਿ ਉਹ ਆਪਣੀ ਕੰਟਰੀ ਦੇ ਵਿੱਚ ਬੈਕ ਆ ਜਾਣ ਜੀ ਜਦੋਂ ਕਹਿੰਦੇ ਹਾਂਜੀ ਕਦੋਂ ਤੋਂ ਬਾਅਦ ਚੋਂ ਆਫਟਰ ਦੇ ਹੈਵ ਕੰਪਲੀਟਡ देयर ਟ੍ਰੇਨਿੰਗ ਅਬਰੋਡ ਜਿਹੜੇ ਮੰਨ ਕੇ ਚਲੋ ਬਾਹਰ ਜਾ ਵੀ ਚੁੱਕੇ ਆ ਬਾਹਰਲੇ ਦੇਸ਼ਾਂ 'ਚ ਮੰਨ ਕੇ ਚਲੋ ਹੈਗੇ ਆ ਕਹਿੰਦੇ ਜੀ ਕੰਟਰੀ ਜੇ ਕੋਈ ਕੰਟਰੀ ਆਪਣੀ ਖੁਦ ਦੀ ਕੰਟਰੀ ਦੇ ਵਿੱਚ ਪੂਰਰ ਕੰਟਰੀ ਜੇ ਕਹਿੰਦੇ ਜੀ ਕੀ ਕਰੇ ਬੈਟਰ ਸਟੈਂਡਰਡ ਆਫ ਲਿਵਿੰਗ ਦੇਵੇ ਮੋਰ ਟੋਲਰੈਂਸ ਮੋਰ ਪੋਜ਼ਿਟਿਵ ਫਿਊਚਰ ਲਾਲਚ ਦੇਵੇ ਜੀ ਤੇ ਉਹ ਵਾਪਸ ਉਹਨਾਂ ਨੂੰ ਖਿੱਚਿਆ ਜਾ ਸਕਦਾ ਵਾ ਜਿਨ੍ਹਾਂ ਨੇ ਬਾਹਰਲੇ ਦੇਸ਼ਾਂ ਵਿੱਚ ਆਪਣੀ ਟ੍ਰੇਨਿੰਗ ਵਗੈਰਾ ਪੂਰੀ ਕਰ ਲਈ ਆ ਜਾਂ ਜੋ ਬਾਹਰ ਕੰਮ ਕਰੀ ਜਾਂਦੇ ਆ ਜੀ ਤਾਂ ਜੀ ਲਾਸਟ ਉੱਪਰ ਲਿਖੇ ਜੀ ਹਾਊਐਵਰ ਬਟ ਜਿਹੜੇ these solutions ਆ ਫਾਈਨੈਂਸ਼ੀਅਲੀ ਡਿਮਾਂਡਿੰਗ ਇਹ ਪੈਸੇ ਦੀ ਬੜੀ ਡਿਮਾਂਡ ਕਰਦੇ ਆ ਜੀ ਵਿਚ ਮੀਨਸ ਜਿਹਦਾ ਮਤਲਬ ਕੀ ਹੈ ਜੀ ਕਹਿੰਦੇ ਪੂਰਰ ਗਵਰਨਮੈਂਟ ਮੇ ਹੈਵ ਟੂ ਲੁੱਕ ਟੂ ਡਿਵੈਲਪਡ ਕੰਟਰੀਜ਼ ਇਹਦਾ ਮਤਲਬ ਕਿ ਗਵਰਨਮੈਂਟ ਨੂੰ ਦੇਖਣਾ ਪੈਣਾ ਜੀ ਕਹਿੰਦੇ ਹੈਵ ਟੂ ਲੁੱਕ ਟੂ ਡਿਵੈਲਪਡ ਕੰਟਰੀਜ਼ ਫॉर ਏਡ ਕਹਿੰਦੇ ਜੀ ਪੂਰ ਕੰਟਰੀਆਂ ਨੂੰ ਜਾਨੀ ਕਿ ਮਦਦ ਲੈਣੀ ਪੈਣੀ ਆ ਹੈਲਪ ਲੈਣੀ ਪੈਣੀ ਹੈ ਕਿੰਨਾ ਤੋਂ ਜਿਹੜੀਆਂ ਡਿਵੈਲਪਡ ਕੰਟਰੀਆਂ ਵਾ ਜੇ ਉਹਨਾਂ ਨੇ ਜਿਹੜੀਆਂ ਇਹ ਚੇਂਜਸ ਕਿਹੜੀਆਂ ਜਿਹੜੀਆਂ ਪਿੱਛੇ ਦੱਸ ਕੇ ਆਏ ਆ ਦੇਖੋ ਸੈਂਟੈਂਸ ਨੂੰ ਬਾਉਂਡ ਕਰ ਰਹੇ ਜੇ ਜਾਨੀ ਕਿ ਚੀਜ਼ਾਂ ਨੂੰ ਲਾਗੂ ਕਰਨਾ ਵਾ ਤਾਂ ਜੀ ਤਾਂ ਲਾਸਟ ਵਾਲਾ ਕੋਈ ਤੁਸੀਂ ਕਹੋਗੇ ਵੀ ਸਰ ਇਹਦੇ ਨਾਲ ਮਿਲ ਜੇ ਨਹੀਂ ਰਿਹਾ ਐਕਚੁਅਲ ਦੇ ਵਿੱਚ ਲਾਸਟ ਲਾਈਨ ਵੀ ਇੱਕ ਸੋਲੂਸ਼ਨ ਹੀ ਆ ਜੇ ਲਾਸਟ ਉੱਪਰ ਕਹਿੰਦੇ ਲਾਸਟ ਬਟ ਨੋਟ ਲੀਸਟ ਪੂਰਰ ਕੰਟਰੀਆਂ ਡਿਵੈਲਪਡ ਕੰਟਰੀਆਂ ਤੋਂ ਵੀ ਮਦਦ ਲੈ ਸਕਦੀਆਂ ਵਾ ਤਾਂ ਤੁਸੀਂ ਕਹੋਗੇ ਜੀ ਇਹ ਵੀ ਇੱਕ ਸੋਲੂਸ਼ਨ ਹੀ ਹੋਇਆ ਰਾਈਟਰ ਨੇ ਲਿੰਕ ਕਿਵੇਂ ਕੀਤਾ ਹਾਊਐਵਰ ਪਾਰਟ ਕਹਿੰਦੇ ਜੀ ਹਾਊਐਵਰ ਪਰ ਜਿਹੜੀਆਂ ਜੀ ਕਹਿੰਦੇ ਜੀ ਇਹ ਚੇਂਜਸ ਕਿਹੜੀਆਂ ਜਿਹੜੀਆਂ ਪਿਛਲੀ ਲਾਈਨ 'ਚ ਦੱਸੀਆਂ ਪਈਆਂ ਇਹ ਚੇਂਜਸ ਲਿਆਉਣ ਦੇ ਲਈ ਪੈਸੇ ਦੀ ਲੋੜ ਹੈ ਜੀ ਕਹਿੰਦੇ ਪੈਸੇ ਦੀ ਡਿਮਾਂਡ ਆ ਤੇ ਉਹ ਚੀਜ਼ ਫਿਰ ਪੂਰਰ ਕੰਟਰੀਜ਼ ਡਿਵੈਲਪਡ ਕੰਟਰੀ ਤੋਂ ਸਹਾਇਤਾ ਲੈ ਸਕਦੀਆਂ ਜੇ ਇਹ ਚੀਜ਼ਾਂ ਲਾਗੂ ਕਰਨੀਆਂ ਤਾਂ ਯਾਨੀ ਕਿ ਲਾਸਟ ਸੈਂਟੈਂਸ ਵੀ ਇੱਕ ਸੋਲੂਸ਼ਨ ਹੀ ਹੈ ਤਾਂ ਇਹਦੇ ਵਿੱਚ ਜਾ ਕੇ ਦੇਖੋ ਜੀ ਫਿਰ ਹੂ ਆਰ ਲਿਵਿੰਗ ਇਹਦੇ ਵਿੱਚ ਹਿਡਨ ਰਿਲੇਟਿਵ ਪ੍ਰੋਨਾਉਨ ਲਾਇਆ ਜੀ ਇੱਕ
ਦਿਸ ਕੈਨ ਬੀ ਡਨ, ਇਹ ਚੀਜ਼ ਕੀਤੀ ਜਾ ਸਕਦੀ ਆ। ਆਹ ਕੋਲੋਕੇਸ਼ਨ ਸੀਗੀ ਜੀ ਇੱਥੇ, ਆ ਇੱਥੇ ਕੋਲੋਕੇਸ਼ਨ, ਜਿਵੇਂ ਟੈਂਪਟ ਡਾਕਟਰ ਐਂਡ ਟੀਚਰਸ। ਫਿਰ ਅੱਗੇ ਲਿਖਿਆ ਜੀ ਬੈਟਰ ਸਟੈਂਡਰਡ ਆਫ ਲਿਵਿੰਗ ਕੋਲੋਕੇਸ਼ਨ, ਮੋਰ ਟੋਲਰੈਂਸ ਕੋਲੋਕੇਸ਼ਨ, ਹਾਂਜੀ ਪੋਜ਼ਿਟਿਵ ਫਿਊਚਰ। ਤਾਂ ਗਾਂ ਲੈ ਕੇ ਆਇਆ ਜੀ ਕਹਿੰਦੇ ਫਾਈਨੈਂਸ਼ੀਅਲੀ ਡਿਮਾਂਡਿੰਗ। ਅੱਗੇ ਜਾ ਕੇ ਕੀ ਕਿਹਾ ਜੀ ਉਹਨਾਂ ਨੇ, ਇੰਪਲੀਮੈਂਟ ਵਰਡ ਲਾਇਆ, ਇਹ ਤੁਹਾਡੇ ਲੈਕਸੀਕਲ ਰਿਸੋਰਸ ਹੋ ਗਏ। ਜੇ ਤੁਸੀਂ GRA ਦੇਖੋ ਤਾਂ GRA ਦੇ ਵਿੱਚ ਵੀ ਰਾਈਟਰ ਨੇ ਫਿਰ ਕੀ ਕੀਤਾ, ਗਿਣਤੀ ਦੇ ਮੇਰੇ ਹਿਸਾਬ ਨਾਲ 3 to 4 sentences ਦੇ ਵਿੱਚ ਜੋੜਿਆ ਜੀ। ਪਹਿਲਾ ਸੈਂਟੈਂਸ, ਦੂਸਰਾ ਸੈਂਟੈਂਸ, ਫਿਰ ਇਹ ਆਪਣੇ ਕੋਲ ਹੈਗਾ ਤੀਸਰਾ ਸੈਂਟੈਂਸ, ਆ ਹੈਗਾ ਚੌਥਾ ਸੈਂਟੈਂਸ। 4 ਸੈਂਟੈਂਸਾਂ ਦੇ ਵਿੱਚ ਸਾਰਿਆਂ ਨੂੰ ਜੋੜਿਆ ਜੀ। ਕਿਤੇ ਵੀ ਵਿੱਚ ਕੋਈ ਬਟ ਨੂੰ 3 ਵਾਰੀ ਲਾਇਆ ਗਿਆ ਹੋਵੇ ਸੋ ਨੂੰ, ਹਾਂ ਇੱਥੇ ਮੈਂ ਕਿਹਾ ਕਿ ਰਾਈਟਰ ਨੇ ਗਲਤੀ ਕੀਤੀ, ਇੱਥੇ ਕੋਮਾ ਲਾਉਣਾ ਚਾਹੀਦਾ ਸੀ, ਆਹ ਕੱਟ ਦੇਣਾ ਚਾਹੀਦਾ ਸੀਗਾ ਜੀ। ਤੇ ਮੈਂ ਤੁਹਾਡੇ ਤੋਂ ਇੱਕ ਵਾਰੀ ਫਿਰ ਰਿਮੂਵ ਕਰਾਉਣਾ, ਡੋਂਟ ਵਰੀ। ਅੱਛਾ ਮੈਂ ਪਹਿਲਾਂ ਕੱਟ ਕੇ ਕੋਮਾ ਲਾਤਾ, ਦੂਸਰੇ ਨੂੰ ਮੈਂ ਕੀ ਕੀਤਾ ਜੀ, ਕਿਉਂਕਿ ਲਿਸਟ ਖਤਮ ਹੋ ਗਈ ਜੀ, ਆਹ ਮੈਨੂੰ ਲਾਉਣਾ ਹੀ ਪੈਣਾ ਸੀ ਇੱਥੇ। ਆਹ ਮੈਂ ਕੱਟਿਆ ਜੀ ਇੱਥੇ ਐਂਡ, ਤੇ ਇਹਦੀ ਜਗ੍ਹਾ ਤੇ ਕੀ ਲਾਤਾ, ਇਹਦੀ ਜਗ੍ਹਾ ਤੇ ਲਾਤਾ ਆਹ ਵਾਲਾ, ਮੈਂ ਸਿਨੋਨਿਮ ਹੀ ਲਾਤਾ ਇਹਦਾ। ਬਟ ਜਿਹੜਾ ਇਹ ਸਿਨੋਨਿਮ ਆਂਦਾ ਜੀ ਐਂਡ ਦਾ ਸਿਨੋਨਿਮ ਆ, ਇਹ ਕੰਪਾਊਂਡ ਸੈਂਟੈਂਸ ਨਹੀਂ ਨਾ ਬਣਾ ਸਕਦਾ ਹੁੰਦਾ। ਤਾਂ ਤੁਸੀਂ ਦੇਖੋ ਤਾਂ ਮੈਂ 3 ਟਾਈਮ ਜਿਹੜਾ ਲਿਖਿਆ ਹੋਇਆ ਸੀ ਜੀ ਐਂਡ, ਮੈਂ ਉਹਨੂੰ ਸਿੰਗਲ ਟਾਈਮ ਬਣਾਤਾ 3 ਤੋਂ। ਪਹਿਲੀ ਜਗ੍ਹਾ ਤੇ ਤਾਂ ਕੱਟ ਹੀ ਦਿੱਤਾ, ਰਾਈਟਰ ਨੇ ਗਲਤ ਲਿਖਿਆ, ਉੱਥੇ ਕੋਮਾ ਲੱਗਣਾ ਚਾਹੀਦਾ ਸੀਗਾ ਕਿਉਂਕਿ ਉਹ ਲਿਸਟ ਬਣਨ ਚੱਲੀ ਹੈ ਇੱਕ। ਤਾਂ ਇਹ ਤੁਹਾਡਾ ਹੁਣ GRA ਨੂੰ ਮਾੜਾ ਜਿਹਾ ਹੋਰ ਕੰਟਰੋਲ ਕਰਤਾ, ਲੈਕਸੀਕਲ ਰੀਜ਼ਨਸ ਹੋ ਗਏ। ਤੁਸੀਂ ਦੇਖੋ ਕਿ ਕੋਹਰੈਂਸ ਬਹੁਤ ਵਧੀਆ ਲੈਵਲ ਦੀ ਬਣਾਈ ਹੈ ਜੀ। ਹਾਂਜੀ ਅੱਗੇ ਜਾ ਕੇ ਦੇਖਦੇ ਹਾਂ ਜੀ, ਤਾਂ ਕਨਕਲੂਜਨ ਰਹਿ ਗਿਆ ਜੀ ਆਪਣੀ। ਤਾਂ ਕਨਕਲੂਜਨ ਦੇ ਵਿੱਚ ਕੀ ਕੀਤਾ ਗਿਆ ਜੀ, ਜੇ ਆਪਾਂ ਕਨਕਲੂਜਨ ਦੇਖੀਏ ਇਹਦਾ, ਤਾਂ ਪੂਅਰਰ ਕੰਟਰੀਜ਼ ਜਿਹੜੀਆਂ ਹੈਗੀਆਂ ਵਾ ਉਹ ਯੋਗ ਨਹੀਂ ਹੈਗੀਆਂ ਜੀ ਟੂ ਡਿਵੈਲਪ ਹੋਣ ਦੇ, ਡਿਊ ਟੂ ਬ੍ਰੇਨ ਡਰੇਨ। ਪਹਿਲੀ ਪ੍ਰੋਬਲਮ ਕੀ ਸੀ ਕਿ ਡਿਵੈਲਪਮੈਂਟ ਰੁਕ ਜੂਗੀ। ਪਹਿਲੇ BP ਚ ਕੀ ਕਹੀ ਜਾਂਦੇ ਆ ਕਿ ਡਿਵੈਲਪਮੈਂਟ ਰੁਕ ਜੂ, ਉਹ ਹੁਣ ਪਹਿਲਾ ਸੈਂਟੈਂਸ ਹੀ ਬਣਾਤਾ ਕਿ ਜੀ ਪੂਰਰ ਕੰਟਰੀਜ਼ ਯੋਗ ਨਹੀਂ ਹੁੰਦੀਆਂ ਡਿਵੈਲਪ ਹੋਣ ਦੇ ਬ੍ਰੇਨ ਡਰੇਨ ਦੇ ਕਰਕੇ। ਇਹ ਹੁਣ ਕੀ ਹੈ, ਇਹ BP1 ਦਾ ਸਾਰੇ ਦੀ ਸਮਰੀ ਕਰਤੀ ਜੀ ਕਿ ਪ੍ਰੋਬਲਮ ਕਿਹੜੀ ਸਭ ਤੋਂ ਵੱਡੀ ਹੋਊਗੀ, ਜੋ ਜਾਵੜੇ ਜਿਹੜੀ ਕਿ ਸਿਰਫ ਕਹਿੰਦੇ ਟੈਕਲ ਕੀਤੀ ਜਾ ਸਕਦੀ ਆ। ਹੁਣ ਆ BP2 ਦੇ ਵਿੱਚੋਂ ਮੇਨ ਸਮਰੀ ਕੱਢ ਲਈ ਜੀ, ਦੋਨਾਂ ਨੂੰ ਜੋੜਤਾ, ਤੁਹਾਡਾ ਕਨਕਲੂਜਨ ਬਣ ਗਿਆ। ਇਹ ਚੀਜ਼ ਟੈਕਲ ਕੀਤੀ ਜਾ ਸਕਦੀ। ਆਹ ਵਰਡ ਰਾਈਟਰ ਨੇ ਕਾਫੀ ਜ਼ਿਆਦਾ ਵਾਰ ਯੂਜ਼ ਕੀਤਾ, ਇਹ ਥੋੜਾ ਨੈਗੇਟਿਵ ਪੁਆਇੰਟ ਹੋ ਸਕਦਾ, ਬਟ ਚਲੋ ਜਾਣੀ ਕਿ ਵੈਰਾਈਟੀ ਦਿਖਾਈ ਆ, ਤੇ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਰਿਪੀਟ ਹੋਣਾ ਹੀ ਨਹੀਂ ਚਾਹੀਦਾ। ਜੇ ਫਿਰ ਵੀ ਤੁਹਾਡਾ ਇੱਕ ਅੱਧਾ ਵਰਡ ਰਿਪੀਟ ਹੋ ਜਾਂਦਾ ਤਾਂ ਇਹਦੇ ਵਿੱਚ ਕੋਈ ਜ਼ਿਆਦਾ ਨਹੀਂ ਗੱਲ ਹੈਗੀ ਵੱਡੀ, ਕਿਉਂਕਿ ਇਹਦੇ ਸਿਨੋਨਿਮ ਵੀ ਲਾਏ ਆ। ਜਿਹੜਾ ਟੈਂਪਟ ਵਰਡ ਸੀਗਾ ਉਹ ਕਿਹਦਾ ਸਿਨੋਨਿਮ ਸੀਗਾ, ਇਹਦਾ ਹੀ ਤਾਂ ਸਿਨੋਨਿਮ ਸੀਗਾ ਜੀ। ਹਾਂ ਇੱਕ ਹੋਰ ਵਰਡ ਯਾਨੀ ਕਿ ਲਾਇਆ ਜਾ ਸਕਦਾ ਸੀਗਾ, ਲਿਊਰ ਦਾ ਮਤਲਬ ਵੀ ਇਹ ਸੇਮ ਹੀ ਹੁੰਦਾ ਜੀ। ਇਹ ਚੀਜ਼ ਰੋਕੀ ਜਾ ਸਕਦੀ ਹੈ ਜੇ ਕਹਿੰਦੇ ਪ੍ਰੋਫੈਸ਼ਨਲਸ ਨੂੰ ਲਾਲਚ ਜਿਹਾ ਦਿੱਤਾ ਜਾਵੇ ਟੂ ਰਿਮੇਨ ਇਨ ਦੇਅਰ ਕੰਟਰੀ, ਆਪਣੀ ਕੰਟਰੀ 'ਚ ਰਹਿਣ ਦੇ ਲਈ, ਕਿਹਦੇ ਰਾਹੀਂ, ਬੈਟਰ ਕੰਡੀਸ਼ਨਸ ਦੇ ਰਾਹੀਂ। ਸੋ ਇਹ ਤੁਹਾਡਾ ਜੀ ਟਾਸਕ 2 ਸੀਗਾ ਜੀ ਸਾਰਾ, ਜਿਹਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਕਿਵੇਂ ਰਾਈਟਰ ਨੇ GRA, ਟਾਸਕ ਰਿਸਪੌਂਸ, ਕੋਹਰੈਂਸ, ਕੋਹੀਜ਼ਨ ਤੇ ਲੈਕਸੀਕਲ ਰਿਸੋਰਸਸ ਨੂੰ ਕੰਟਰੋਲ ਕੀਤਾ। ਅਨਨੋਨ ਸੈਂਟੈਂਸ ਨਹੀਂ ਬਣਾਏ ਗਏ ਬਲਕਿ ਸੈਂਟੈਂਸਸ ਨੂੰ ਕੰਟਰੋਲ ਕੀਤਾ ਗਿਆ ਜੀ। ਸਲਾਈਟ ਜੀਆਂ ਮਿਸਟੇਕ ਸੀਗੀਆਂ, GRA ਚੋਂ ਕੋਮਾ ਨਹੀਂ ਲਾਇਆ ਜਾਂ ਲਿਸਟ ਉੱਥੇ ਬਣਾਈ ਜਾ ਸਕਦੀ ਸੀਗੀ, ਕੈਨ ਤੋਂ ਬਾਅਦ ਚੋਂ ਬੈਟਰ ਲਾਤਾ, ਕੈਨ ਤੋਂ ਬਾਅਦ ਚੋਂ ਫਸਟ ਫਾਰਮ ਲਾਉਣੀ ਸੀਗੀ, ਉਹ ਬਹੁਤ ਸਲਾਈਟ ਜੀਆਂ ਮਿਸਟੇਕ ਸੀਗੀਆਂ।